ਧੰਨ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਲਿਹਾਰੀ ਗੁਰ ਆਪਣੇ, ਦਿਓ ਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜੇ ਸੋ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ। ਏਤੇ ਚਾਨਣ ਹੁੰਦਿਆ, ਗੁਰ ਬਿਨ ਘੋਰ ਅੰਧਾਰ। ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ। ਕਲਯੁਗ ਕੇ ਜਹਾਜ, ਨਾਮ ਬਾਣੀ ਕੇ ਬੋਹਿਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੋੜ ਮਿਲ ਬੈਠੀ ਸਰਬੱਤ ਸੰਗਤ। ਆਪ ਸਰਬੱਤ ਸੰਗਤ ਉਦਮ ਉਪਰਾਲਾ ਕਰਕੇ ਦੀਨ ਦਿਆਲ ਕਿਰਪਾਲੂ ਸਤਿਗੁਰੂ, ਜਿਨ੍ਹਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਜੋ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ, ਬੜੇ ਅਕੀਦੇ ਦੇ ਨਾਲ ਮਨਾਉਂਦੇ ਹੋ, ਤਿਸ ਦੇ ਸਬੰਧ ਦੇ ਵਿੱਚ ਵਿਚਾਰ ਕਰਨ ਤੋਂ ਪਹਿਲਾਂ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤਿੰਨਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਬੁਲੰਦ ਆਵਾਜ਼ ਦੇ ਵਿੱਚ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਗੱਲ ਚੱਲੇਗੀ, ਤਾਂ ਤਿਸ ਦੇ ਨਾਲ ਨਾਲ ਆਪਾਂ ਕਿਰਪਾਲੂ ਸਤਿਗੁਰੂ ਜੀ ਦੇ 3 ਦਿਹਾੜੇ ਮਨਾਉਂਦੇ ਹਾਂ। ਆਪ ਸਰਬੱਤ ਸੰਗਤ ਜਾਣੂ ਹੋ, ਇੱਕ ਤਾਂ ਜੋ ਪ੍ਰਕਾਸ਼ ਪੁਰਬ ਹੈ, ਭਾਵ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਿਹਰਾਮਤ ਕੀਤੀ, ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ 1604 ਈਸਵੀ ਦੇ ਵਿੱਚ ਕਰਵਾਇਆ। ਔਰ ਇੱਕ ਪੁਰਬ ਮਨਾਉਂਦੇ ਹਾਂ ਆਪਾਂ ਸਤਿਗੁਰੂ ਜੀ ਦਾ ਗੁਰਤਾ ਗੱਦੀ ਦਿਵਸ, ਜਿਸ ਦਿਨ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ 1708 ਈਸਵੀ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਨਮਸਕਾਰ ਕੀਤੀ ਤੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਤੁਹਾਡੇ ਗੁਰੂ, ਤੁਹਾਡੇ ਰਾਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਹਨ। ਔਰ ਇੱਕ ਆਪਾਂ ਪੁਰਬ ਮਨਾਉਂਦੇ ਹਾਂ ਸਤਿਗੁਰੂ ਜੀਆਂ ਦਾ, ਕਿ ਜਿਸ ਦਿਨ ਸੰਪੂਰਨਤਾ ਹੋਈ, ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਹਿਲਾ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿਸ ਦਾ ਪ੍ਰਕਾਸ਼ ਹੋਇਆ, ਤਿਸ ਦੇ ਵਿੱਚ 974 ਅੰਗ ਸਨ ਔਰ 30 ਰਾਗਾਂ ਦੇ ਵਿੱਚ ਗੁਰਬਾਣੀ ਦਰਜ ਸੀ। ਔਰ ਉਸ ਤੋਂ ਬਾਅਦ 10ਵੇਂ ਗੁਰਦੇਵ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿੱਥੇ 9ਵੇਂ ਗੁਰੂ ਸਾਹਿਬ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਤਿੰਨਾਂ ਦੀ ਗੁਰਬਾਣੀ ਵਿੱਚ ਪਾ ਕੇ 31 ਰਾਗਾਂ ਦੇ ਵਿੱਚ ਗੁਰਬਾਣੀ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਾ ਕੀਤੀ ਔਰ 1430 ਅੰਗ ਜੋ ਉਹਨਾਂ ਦੇ ਆਪਾਂ ਅੱਜ ਦਰਸ਼ਨ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਮਿਹਰਾਮਤ ਕਰਦੇ ਨੇ, ਬਖਸ਼ਿਸ਼ ਕਰਦੇ ਨੇ,
ਜਦੋਂ ਪ੍ਰਕਾਸ਼ ਦੀ ਗੱਲ ਆਉਂਦੀ ਹੈ, ਆਪਾਂ ਦਿਹਾੜੇ ਮਨਾ ਰਹੇ ਹਾਂ। ਪ੍ਰਕਾਸ਼ ਦਾ ਅਰਥ ਕੀ ਹੈ? ਪ੍ਰਕਾਸ਼ ਭਾਵ ਚਾਨਣ। ਔਰ ਚਾਨਣ ਚਾਹੇ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਬਚਨ ਪੜ੍ਹਦੇ ਕਿ ਦੀਵਾ ਬਲੇ ਹਨੇਰਾ ਜਾਏ, ਕਿ ਜਿਸ ਤਰ੍ਹਾਂ ਦੀਵਾ ਜਗ ਜਾਂਦਾ ਹੈ ਤੇ ਹਨੇਰਾ ਹੋਵੇ, ਔਰ ਚਾਹੇ ਹਨੇਰਾ ਜਿੰਨੇ ਮਰਜ਼ੀ ਲੰਬੇ ਸਮੇਂ ਦਾ ਹੋਵੇ ਤੇ ਉਸ ਦੇ ਵਿੱਚ ਚਾਨਣ ਹੋ ਜਾਇਆ ਕਰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਜੋ ਪਾਵਨ ਸਰੂਪ ਸਤਿਗੁਰੂ ਜੀ ਸਾਨੂੰ ਦੇ ਕੇ ਗਏ, ਕੀ ਅਸੀਂ ਉਹਨਾਂ ਤੋਂ ਪ੍ਰਕਾਸ਼ ਲਿਆ ਹੈ? ਅਸੀਂ ਆਪਣੇ ਹਿਰਦੇ ਘਰ ਦੇ ਵਿੱਚ ਉਸ ਗੁਰਬਾਣੀ ਦਾ ਜਾਪ ਕਰਕੇ, ਉਸ ਨੂੰ ਪੜ੍ਹ ਕੇ, ਉਸ ਨੂੰ ਸੁਣ ਕੇ ਉਸ ਤੇ ਅਸਰ ਕੀਤਾ। ਅੱਜ ਸਾਡੇ ਹਿਰਦੇ ਦੇ ਵਿੱਚ ਕਿੰਨਾ ਕੁ ਪ੍ਰਕਾਸ਼ ਹੈ? ਸਤਿਗੁਰੂ ਜੀ ਸਾਨੂੰ ਗੁਰਬਾਣੀ ਦੇ ਵਿੱਚ ਇਹੀ ਸਮਝਾਉਂਦੇ ਨੇ ਵਾਰ-ਵਾਰ ਕਿ ਭਾਈ ਕੱਲਾ ਮੱਥਾ ਟੇਕਣ ਦੇ ਨਾਲ ਜਾਂ ਦਰਸ਼ਨ ਕਰਨ ਦੇ ਨਾਲ, ਗੁਰੂ ਘਰ ਆਉਣ ਦੇ ਨਾਲ ਤੇਰੇ ਹਿਰਦੇ ਦੇ ਵਿੱਚ ਪ੍ਰਕਾਸ਼ ਨਹੀਂ ਹੋ ਸਕਦਾ। ਪ੍ਰਕਾਸ਼ ਜਿੱਥੇ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ, ਜਿੱਥੇ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਨੀ ਹੈ, ਉੱਥੇ ਨਾਲ-ਨਾਲ ਗੁਰਬਾਣੀ ਦਾ ਜਾਪ ਕਰਨਾ ਹੈ। ਔਰ ਗੁਰਬਾਣੀ ਦੇ ਵਿੱਚ ਜੋ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ, ਸੋਝੀ ਦਿੱਤੀ, ਉਸ ਦੇ ਉੱਪਰ ਅਮਲ ਵੀ ਕਰਨਾ ਜ਼ਰੂਰੀ ਹੈ। ਕਿਉਂਕਿ ਸਤਿਗੁਰੂ ਜੀ ਦੇ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਕਿ ਸਤਿਗੁਰੂ ਜੀ ਦਾ ਜੋ ਸ਼ਬਦ ਹੈ ਉਹ ਦੀਪ ਹੈ, ਭਾਵ ਦੀਪਕ ਹੈ, ਸਾਡੇ ਹਿਰਦੇ ਦੇ ਵਿੱਚ ਚਾਨਣ ਕਰਨ ਵਾਲਾ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ। ਇਹ ਮੰਦਰ ਸਰੀਰ ਘਰ ਨੂੰ ਕਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਤੇਰੇ ਸਰੀਰ ਦੇ ਅੰਦਰ, ਤੇਰੇ ਹਿਰਦੇ ਦੇ ਅੰਦਰ ਜੋ ਇੰਨਾ ਅੰਧੇਰਾ ਹੈ, ਭਾਵ ਕਿਸ ਗੱਲ ਦਾ ਹਨੇਰਾ ਹੈ ਕਿ ਮਨੁੱਖ ਇਸ ਧਰਤੀ ਦੇ ਉੱਪਰ ਜਿਸ ਮਕਸਦ ਦੇ ਵਾਸਤੇ ਆਇਆ, ਉਸ ਮਕਸਦ ਨੂੰ ਭੁੱਲ ਗਿਆ ਔਰ ਹੋਰਨਾਂ ਕੰਮਾਂ ਦੇ ਵਿੱਚ ਰੁੱਝ ਕੇ ਆਪਣੇ ਜੀਵਨ ਦੇ ਮਕਸਦ ਨੂੰ ਗਵਾ ਲਿਆ ਔਰ ਆਪਣਾ ਜੀਵਨ ਅਜਾਈਂ ਹੀ ਗਵਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਭਾਈ ਇੱਥੇ ਪਰਮੇਸ਼ਰ ਦਾ ਨਾਮ ਜਪਣ ਦੇ ਵਾਸਤੇ ਆਇਆ। ਆਇਓ ਪੜਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਉਸ ਨੇ ਆਪਣਾ ਜਨਮ ਸੀ ਜੋ ਉਸ ਨੂੰ ਬਿਰਥਾ ਗਵਾ ਲਿਆ, ਭਾਵ ਨਾਮ ਨੂੰ ਵਿਸਾਰ ਦਿੱਤਾ। ਤਾਂ ਕਰਕੇ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਇਹ ਜੋ ਪ੍ਰਕਾਸ਼ ਦਿਵਸ ਅਸੀਂ ਮਨਾਉਂਦੇ ਹਾਂ, ਤੁਸੀਂ ਇਹ ਪ੍ਰਕਾਸ਼ ਹੈ ਜੋ ਆਪਣੇ ਹਿਰਦੇ ਦੇ ਵਿੱਚ ਪ੍ਰਗਟ ਕਰਨਾ ਹੈ, ਆਪਣੇ ਅੰਦਰ ਪ੍ਰਗਟ ਕਰਨਾ ਹੈ। ਔਰ ਉਸ ਨੇ ਪ੍ਰਗਟ ਹੋਣਾ ਹੈ ਜੇ ਤੁਸੀਂ ਪਰਮਾਤਮਾ ਦਾ ਨਾਮ ਜਪੋਗੇ, ਗੁਰਬਾਣੀ ਦਾ ਜਾਪ ਕਰੋਗੇ ਔਰ ਸਤਿਗੁਰੂ ਜੀ ਦੀ ਗੁਰਬਾਣੀ ਦੇ ਉੱਪਰ ਅਸਰ ਕਰੋਗੇ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਇਸ ਧਰਤ ਦੇ ਉੱਪਰ ਆਏ, ਜਿਨ੍ਹਾਂ ਨੇ ਇਸ ਧਰਤੀ ਦੇ ਉੱਪਰ ਆ ਕਰਕੇ ਇਹ ਨਿਰਮਲ ਪੰਥ ਚਲਾਇਆ, ਜਿਨ੍ਹਾਂ ਦੀ ਬਦੌਲਤ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਪਤੀ ਹੋਈ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਧਰਤ ਦੇ ਉੱਪਰ ਆਏ, ਅਸੀਂ ਜਾਣਦੇ ਹਾਂ ਧਰਤ ਦੇ ਉੱਪਰ ਕਿੰਨਾ ਪਾਪ ਸੀ। ਚਾਹੇ ਪਹਿਲਾਂ ਗ੍ਰੰਥ ਸਨ, ਇਹ ਨਹੀਂ ਕਿ ਪਹਿਲਾਂ ਗ੍ਰੰਥ ਨਹੀਂ ਸਨ, ਪਹਿਲਾਂ ਵੀ ਗੁਰਬਾਣੀ ਸੀ। ਕਿਉਂਕਿ ਭਗਤ ਜੈਦੇਵ ਜੀ ਦੀ ਬਾਣੀ ਜੋ ਆਪਾਂ ਪੜ੍ਹਦੇ ਹਾਂ ਉਹ ਬਹੁਤ ਪੁਰਾਣਾ ਹੈ, 1170 ਦੀ ਗੱਲ ਹੈ। 1170 ਦੇ ਵਿੱਚ ਭਗਤ ਜੈਦੇਵ ਜੀ ਹੋਏ। ਔਰ ਫਿਰ ਜੇ 1173 ਦਾ ਸਮਾਂ ਦੇਖੀਏ, ਬਾਬਾ ਸ਼ੇਖ ਫਰੀਦ ਜੀ ਜੋ 1173 ਦੇ ਵਿੱਚ ਹੋਏ, ਇਹ 13ਵੀਂ ਸਦੀ ਦੇ ਸ਼ਬਦ ਜਦੋਂ ਇਹ ਭਗਤ ਸਹਿਬਾਨ ਹੋਏ, ਜਿਨ੍ਹਾਂ ਦੀ ਗੁਰਬਾਣੀ ਇਕੱਤਰ ਕਰਕੇ ਫਿਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੀ ਗੁਰਬਾਣੀ ਨੂੰ ਇਕੱਤਰ ਕਰਕੇ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜੋਤ ਦੇ ਵਿੱਚ ਟਿਕਾਉਣਾ ਕੀਤਾ।
ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ। ਇਸ ਗੁਰਬਾਣੀ ਸਾਰੀ ਨੂੰ ਹੀ ਇਕੱਤਰ ਕਰਕੇ ਇੱਕ ਗ੍ਰੰਥ ਦਾ ਸਰੂਪ ਦਿੱਤਾ। ਗੱਲ ਕਰੀਏ ਕਿ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਧਰਤ ਦੇ ਉੱਪਰ ਆਏ, ਸਤਿਗੁਰੂ ਜੀ ਦਾ ਜਦੋਂ ਆਪਾਂ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਾਂਗੇ ਤੇ ਉਹ ਬਚਨ ਕਰਦੇ ਨੇ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਭਾਵ ਇਸ ਜਗਤ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਔਰ ਉਹਨਾਂ ਨੇ ਆ ਕਰਕੇ ਇਸ ਧਰਤੀ ਦੇ ਉੱਪਰ ਲੋਕਾਂ ਨੂੰ ਦੱਸਣਾ ਕੀਤਾ ਕਿ ਭਾਈ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੋ, ਉਸ ਪਰਮੇਸ਼ਰ ਦੀ ਆਰਾਧਨਾ ਕਰੋ, ਕਿਉਂਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਸਾਰਾ ਕੁਝ ਹੈ। ਔਰ ਸਤਿਗੁਰੂ ਜੀ ਦੇ ਜਦੋਂ ਆਪਾਂ ਬਚਨ ਪੜ੍ਹਦੇ ਹਾਂ ਕਿ ਸਤਿਗੁਰੂ ਜੀ ਨੇ ਜਿੱਥੇ ਸਿੱਧਾਂ ਨੂੰ, ਜੋਗੀਆਂ ਨੂੰ, ਕਾਜੀ ਮੌਲਵੀਆਂ ਨੂੰ ਸਿੱਧੇ ਰਾਹ ਪਾਇਆ, ਸਤਿਗੁਰੂ ਜੀ ਨੇ ਗੁਰਬਾਣੀ ਉਚਾਰਨ ਕੀਤੀ। ਦਾਤਾ ਜੀ ਕਿਤੇ ਕਹਿੰਦੇ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣਾ। ਇੱਕ ਬਾਤ ਜਦੋਂ ਜੋਗੀਆਂ ਨੂੰ ਦੱਸਦੇ ਪਏ ਨੇ, ਸਤਿਗੁਰੂ ਜੀ ਕਹਿੰਦੇ ਕਿ ਤੁਸੀਂ ਕੰਨਾਂ ਦੇ ਵਿੱਚ ਮੁੰਦਰਾਂ ਪਾ ਲਈਆਂ, ਪਰ ਸਤਿਗੁਰੂ ਜੀ ਦੀ ਗੁਰਬਾਣੀ ਕੀ ਕਹਿੰਦੀ ਹੈ ਕਿ ਮੁੰਦਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਵਾਰੀ, ਕਾਇਆ ਜੁਗਤ ਡੰਡਾ ਪ੍ਰਤੀਤ। ਇਸ ਤਰ੍ਹਾਂ ਸਤਿਗੁਰੂ ਜੀ ਨੇ ਉਹਨਾਂ ਨੂੰ ਗੁਰਬਾਣੀ ਦੇ ਨਾਲ, ਭਾਵ ਸ਼ਬਦ ਦੇ ਬਾਣ ਮਾਰ ਕੇ ਉਹਨਾਂ ਨੂੰ ਸਿੱਧੇ ਰਸਤੇ ਤੇ ਪਾਇਆ। ਔਰ ਜਦੋਂ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਾ ਹੈ ਕਿ ਗੁਰਬਾਣੀ ਦੇ ਜੋ ਸ਼ਬਦ ਹਨ, ਗੁਰਬਾਣੀ ਗਾਉਣ ਦੇ ਨਾਲ, ਗੁਰਬਾਣੀ ਜਪਣ ਦੇ ਨਾਲ, ਪਰਮੇਸ਼ਰ ਦਾ ਨਾਮ ਉਸਤਤ ਕਰਨ ਦੇ ਨਾਲ ਉਸ ਦੀ ਫਿਰ ਇਸ ਦੇਹੀ ਦਾ ਉਧਾਰ ਹੋ ਜਾਂਦਾ ਹੈ। ਜੇ ਅਸੀਂ ਗੁਰਬਾਣੀ ਦੇ ਉੱਪਰ ਅਸਰ ਕਰਾਂਗੇ, ਫਿਰ ਸਾਡੇ ਇਹ ਜੋ ਗੁਰਪੁਰਬ ਮਨਾਏ ਹਨ ਉਹ ਸਫਲੇ ਹਨ। ਵਾਰ-ਵਾਰ ਤਾਂ ਵਿਚਾਰ ਕਰ ਰਹੇ ਹਾਂ ਇਸ ਦੀ, ਕਿਉਂਕਿ ਪ੍ਰਕਾਸ਼ ਪੁਰਬ ਜੋ ਮਨਾ ਰਹੇ ਹਾਂ, ਪ੍ਰਕਾਸ਼ ਦਾ ਅਸਲੀ ਅਰਥ ਕੀ ਹੈ, ਕਿ ਪ੍ਰਕਾਸ਼ ਕਿਵੇਂ ਹੋਣਾ ਹੈ ਔਰ ਪ੍ਰਕਾਸ਼ ਦਾ ਹੋਣਾ ਜ਼ਰੂਰੀ ਕਿਉਂ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਕਹਿੰਦੇ ਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਇਹ ਪ੍ਰਮਾਤਮਾ ਦਾ ਜੋ ਨਾਮ ਹੈ, ਜੋ ਹਰੀ ਦਾ ਨਾਮ ਹੈ, ਉਹ ਸਾਡੇ ਜੋ ਹਿਰਦੇ ਘਰ ਦੇ ਵਿੱਚ ਜਦੋਂ ਵਸ ਜਾਵੇਗਾ, ਫਿਰ 9 ਨਿਧੀਆਂ 18 ਸਿੱਧੀਆਂ ਜੋ ਪਰਮੇਸ਼ਰ ਦੇ ਨਾਮ ਨੂੰ ਸਤਿਗੁਰੂ ਜੀ ਨੇ ਕਿਹਾ, ਭਾਵੇਂ ਕਿ ਸੰਸਾਰ ਦੇ ਉੱਪਰ ਜੋ ਪਦਾਰਥ ਨੇ, ਉਹਨਾਂ ਪਦਾਰਥਾਂ ਨੂੰ ਮਨੁੱਖ ਕਹਿ ਦਿੰਦਾ ਹੈ ਕਿ ਜੋ ਨਾਮ ਜਪਦਾ ਹੈ ਉਹ ਸਾਰੀਆਂ ਹੀ ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ। ਗੁਰਬਾਣੀ ਦੇ ਵਿੱਚ ਹੀ ਆਪਾਂ ਬਚਨ ਪੜਾਂਗੇ ਕਿ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਪਰ ਸਤਿਗੁਰੂ ਜੀ ਕਹਿੰਦੇ ਕਿ ਜਿਸ ਦਾ ਪਿਆਰ, ਜਿਸ ਦਾ ਮੋਹ ਉਸ ਨਿਰੰਕਾਰ ਦੇ ਨਾਲ ਪੈ ਗਿਆ, ਪਰਮੇਸ਼ਰ ਦੇ ਨਾਲ ਪੈ ਗਿਆ, ਫਿਰ ਉਹ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਜਾਂਦਾ ਏ। ਔਰ ਫਿਰ ਉਹਦੇ ਵਾਸਤੇ ਨਵ ਨਿਧੀਆਂ ਨੇ ਜੋ 18 ਸਿੱਧੀਆਂ ਨੇ ਜੋ ਉਹ ਪਰਮੇਸ਼ਰ ਦਾ ਨਾਮ ਹੋ ਜਾਇਆ ਕਰਦੀਆਂ ਨੇ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਉਹਦੇ ਵਾਸਤੇ ਇਹ ਸਾਰੀਆਂ ਨਵ ਨਿਧੀਆਂ 18 ਸਿੱਧੀਆਂ ਪਰਮੇਸ਼ਰ ਦਾ ਨਾਮ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਜਦੋਂ ਧਰਤੀ ਦੇ ਉੱਪਰ ਆਏ ਤੇ ਸਤਿਗੁਰੂ ਜਾਤੇ ਦੇ ਜਦੋਂ ਆਪਾਂ ਬਚਨ ਪੜਾਂਗੇ, ਭਾਈ ਗੁਰਦਾਸ ਜੀ ਕਹਿੰਦੇ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣਾਈ। ਔਰ ਜਦੋਂ ਆਪਾਂ ਇਸ ਸ਼ਬਦ ਦੇ ਵਿੱਚ ਅਖੀਰ ਦੇ ਵਿੱਚ ਪੜਾਂਗੇ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਚੜ੍ਹਿਆ ਸੋਧਣ ਧਰਤ ਲਕਾਈ, ਕਿ ਇਸ ਧਰਤ ਲਕਾਈ ਨੂੰ ਸੋਧਣ ਦੇ ਵਾਸਤੇ, ਭਾਵ ਇਸ ਨੂੰ ਤਾਰਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਧਰਤੀ ਦੇ ਉੱਪਰ ਆਏ। ਔਰ ਆਪਾਂ ਜਦੋਂ ਸਤਿਗੁਰੂ ਜੀ ਦੀ ਗੁਰਬਾਣੀ ਪੜਾਂਗੇ, ਸਤਿਗੁਰੂ ਜੀ ਨੇ ਜਿੱਥੇ ਕਿਹਾ ਹੈ ਕਿ ਭਾਈ ਮਨ ਦੇ ਵਿੱਚ ਨਿਮਰਤਾ ਹੋਣੀ ਜ਼ਰੂਰੀ ਹੈ, ਕਿਉਂਕਿ ਜਦੋਂ ਅਸਾਂ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਸੁਣਨੀ ਹੈ, ਉਸ ਵਕਤ ਜੇ ਤੁਹਾਡੇ ਹਿਰਦੇ ਦੇ ਅੰਦਰ ਨਿਮਰਤਾ ਆ ਗਈ, ਭਾਵ ਪ੍ਰੇਮ ਆ ਗਿਆ, ਉਸ ਪਰਮੇਸ਼ਰ ਦੇ ਪ੍ਰਤੀ ਪ੍ਰੇਮ ਪੈਦਾ ਹੋ ਗਿਆ,
ਤੇ ਫਿਰ ਕਹਿੰਦੇ ਸਾਰਾ ਕੁਝ ਹੀ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਦਾ ਜਦੋਂ ਜਾਪ ਕਰੀਏ, ਸਤਿਗੁਰੂ ਜੀ ਦੀ 19 ਰਾਗਾਂ ਦੇ ਵਿੱਚ ਬਾਣੀ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਤੇ ਜਦੋਂ ਸਤਿਗੁਰੂ ਜੀ ਨੇ ਇੰਨੀ ਗੁਰਬਾਣੀ ਉਚਾਰਨ ਕੀਤੀ, ਫਿਰ ਵੀ ਦਾਤੇ ਨੇ ਆਪਣੇ ਆਪ ਨੂੰ ਵੱਡਾ ਨਹੀਂ ਅਖਵਾਇਆ ਕਿ ਮੈਂ ਬਹੁਤ ਵੱਡਾ ਹੋ ਗਿਆ, ਕਿ ਮੈਂ ਇੰਨੀ ਗੁਰਬਾਣੀ ਰਚ ਦਿੱਤੀ। ਸਤਿਗੁਰੂ ਜੀ ਨਿਮਰਤਾ ਦੇ ਵਿੱਚ ਰਹੇ, ਹਲੀਮੀ ਦੇ ਵਿੱਚ ਰਹੇ। ਸਤਿਗੁਰੂ ਜੀ ਜਿੱਥੇ ਕਿਤੇ ਆਪ ਨੂੰ ਜਨ ਲਿਖਦੇ, ਔਰ ਜਿੱਥੇ ਸਤਿਗੁਰੂ ਜੀ ਆਪਣੇ ਆਪ ਨੂੰ ਦਾਸ ਲਿਖਦੇ, ਔਰ ਉੱਥੇ ਹੀ ਸਤਿਗੁਰੂ ਜੀ ਨਾਲ ਹੀ ਕਹਿੰਦੇ ਕਿ ਜਿਸ ਨੇ ਵੀ ਇਸ ਗੁਰਬਾਣੀ ਦਾ ਜਾਪ ਕੀਤਾ, ਭਾਵ ਜਿਨਨੇ ਵੀ ਗੁਰਬਾਣੀ ਪੜ੍ਹੀ, ਜਿਨਨੇ ਵੀ ਗੁਰਬਾਣੀ ਸੁਣੀ, ਦਰਸ਼ਨ ਕੀਤੇ, ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ, ਸਤਿਗੁਰੂ ਜੀ ਕਹਿੰਦੇ ਕਿ ਮੈਂ ਉਹਨਾਂ ਗੁਰਬਾਣੀ ਪੜ੍ਹਨ ਵਾਲਿਆਂ ਦਾ ਦਾਸ ਹੋ ਗਿਆ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹੋ ਗਿਆ। ਕਿਉਂਕਿ ਜਦੋਂ ਆਪਾਂ ਬਚਨ ਪੜ੍ਹਦੇ ਹਾਂ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਤਿਲੰਗ ਰਾਗ ਦੇ ਵਿੱਚ ਸਤਿਗੁਰੂ ਜੀ ਦੇ ਬਚਨ ਹਨ, ਜਕ ਅਰਜ ਗੁਫਤਮ ਪੇਸ ਤੋ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਮ ਸਰ ਮੂਏ ਅਜਰਾਇਲ ਗ੍ਰਿਫਤੈ ਦਿਲ ਹੇਚ ਨਾ ਦਾਨੀ। ਔਰ ਇਸ ਸ਼ਬਦ ਨੂੰ ਜਦੋਂ ਆਪਾਂ ਪੜ੍ਹਦੇ ਸ਼ਬਦ ਦੇ ਅਖੀਰ ਦੇ ਵਿੱਚ ਇਸ ਸ਼ਬਦ ਦੇ ਦਰਸ਼ਨ ਕਰਾਂਗੇ। ਸਤਿਗੁਰੂ ਜੀ ਜਿੱਥੇ ਕਹਿੰਦੇ ਕਿ ਹੇ ਪ੍ਰਮਾਤਮਾ, ਹੇ ਵਾਹਿਗੁਰੂ ਜੀ, ਤੇਰੇ ਦਰ ਤੇ ਇੱਕ ਅਰਦਾਸ ਹੈ, ਇਸ ਦੀ ਅਰਜ਼ ਹੈ, ਆ ਤੁਹਾਡੇ ਦਾਸ ਦੀ ਅਰਜ਼ ਹੈ, ਜੋ ਇਸ ਨੂੰ ਕਿਰਪਾ ਕਰਕੇ ਕੰਨ ਦੇ ਕੇ ਸੁਣਨਾ ਕਰੋ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਹੇ ਪਰਵਦਗਾਰ ਅਕਾਲ ਵਾਹਿਗੁਰੂ ਪਰਮਾਤਮਾ ਜੀ, ਮੇਰੀ ਬੱਚੇ ਦੀ, ਆਪਣੇ ਦਾਸ ਦੀ ਅਰਜ਼ ਸੁਣੋ। ਸਤਿਗੁਰੂ ਜੀ ਨੇ ਆਪਣੇ ਆਪ ਨੂੰ ਦਾਸ ਕਿਹਾ। ਆਪਾਂ ਜਦੋਂ ਸ਼ਬਦ ਪੜਾਂਗੇ, ਅਖੀਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ, ਬਦ ਬਖਤ ਹਮ ਚੋ ਬਖੀਲ ਗਾਫਿਲ ਬੇ ਨਜ਼ਰ ਬੇਬਾਕ। ਬਦ ਬਖਤ ਸ਼ਬਦ ਵਰਤਿਆ ਸਤਿਗੁਰੂ ਜੀ ਨੇ ਆਪਣੇ ਲਈ। ਨਾਨਕ ਬਗੋਇਦ ਜਨ ਤਰਾਂ ਤੇਰੇ ਚਾਕਰਾਂ ਪਾ ਖਾਕ, ਭਾਵ ਤੇਰੇ ਦਰ ਦੇ ਜਿਹੜੇ ਚਾਕਰ ਹਨ, ਜਿਹੜੇ ਤੇਰੇ ਦਰ ਦੇ ਕੂਕਰ ਹੋ ਗਏ, ਜਿਨ੍ਹਾਂ ਦੇ ਪਰਮੇਸ਼ਰ ਦਾ ਨਾਮ ਜਪਿਆ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ, ਮੈਂ ਉਹਨਾਂ ਦੀ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾ ਲਵਾਂ। ਸਤਿਗੁਰੂ ਸੱਚੇ ਪਾਤਸ਼ਾਹ ਫਿਰ ਕਹਿੰਦੇ ਕਿ ਜੋ ਤੁਹਾਡਾ ਨਾਮ ਜਪਦਾ ਹੈ, ਜੋ ਤੁਹਾਡੀ ਅਰਾਧਨਾ ਕਰਦਾ ਹੈ, ਚਾਹੇ ਉਹ ਕੋਈ ਨਾਮ ਲੈ ਕੇ ਵੀ ਜਪ ਲਵੇ, ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ, ਸਤਿਗੁਰੂ ਜੀ ਨੇ ਜਿੱਥੇ ਅੱਲਾ ਵਰਤਿਆ, ਸਤਿਗੁਰੂ ਜੀ ਨੇ ਕਿਹਾ ਕਿ ਜੋ ਅੱਲਾ ਅੱਲਾ ਕਹਿੰਦਾ ਹੈ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ, ਬਲਿਹਾਰੇ ਜਾਂਦਾ ਹਾਂ। ਜੋ ਰਹੀਮ ਕਹਿੰਦੇ ਨੇ, ਮੈਂ ਰਹੀਮ ਕਹਿਣ ਵਾਲਿਆਂ ਤੋਂ ਵੀ ਬਲਿਹਾਰੇ ਜਾਂਦਾ। ਜੋ ਕਰੀਮ ਕਹਿੰਦੇ ਨੇ, ਮੈਂ ਕਰੀਮ ਕਹਿਣ ਵਾਲਿਆਂ ਤੋਂ ਵੀ ਬਲਿਹਾਰੇ ਜਾਂਦਾ ਹਾਂ। ਜੋ ਗੋਪਾਲ ਕਹਿੰਦੇ ਨੇ, ਰਾਮ ਕਹਿੰਦੇ ਨੇ, ਮਾਧਵ ਕਹਿੰਦੇ ਨੇ, ਚਾਹੇ ਬੀਠਲ ਕਹਿੰਦੇ ਨੇ, ਜਿੰਨੇ ਵੀ ਸ਼ਬਦਾਂ ਦੇ ਵਿੱਚ ਜੋ ਪਰਮੇਸ਼ਰ ਦੀ ਉਸਤਤ ਕਰਦੇ ਹਨ, ਬਲਿਹਾਰੇ ਜਾਉ ਜੇਤੇ ਤੇਰੇ ਨਾਮ ਹੈ, ਮੈਂ ਸਾਰਿਆਂ ਤੋਂ ਬਲਿਹਾਰੇ ਜਾਂਦਾ ਹਾਂ। ਕਿ ਭਾਵ ਜੋ ਪਰਮਾਤਮਾ ਜੀ, ਜੋ ਵਾਹਿਗੁਰੂ ਜੀ ਆਪ ਜੀ ਦੀ ਉਸਤਤ ਕਰਦੇ ਹਨ। ਫਿਰ ਜਦੋਂ ਆਪਾਂ ਸਤਿਗੁਰੂ ਜੀ ਦਾ ਸ਼ਬਦ ਪੜਾਂਗੇ, ਸਤਿਗੁਰੂ ਜੀ ਕਹਿੰਦੇ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ, ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਮੈਂ ਤੇਰੇ ਦਰ ਤੋਂ ਨਾਮ ਦੀ ਭਿਖਿਆ ਮੰਗਦਾ, ਮੈਨੂੰ ਨਾਮ ਦੀ ਭਿਖਿਆ ਦਿਓ, ਮੇਰੀ ਝੋਲੀ ਦੇ ਵਿੱਚ ਨਾਮ ਪਾ ਦਿਓ। ਮੰਗਣਾ ਮੰਗ ਨਨੀਕਾ, ਹਰ ਜਸ ਗੁਰ ਤੇ ਮੰਗਣਾ। ਉਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਅਖੀਰ ਤੇ ਜਾ ਕੇ ਬਚਨ ਕਰਦੇ ਨੇ, ਤੇਰੇ ਨਾਮ ਨਿਵੇ ਰਹੇ ਲਿਵਲਾਏ। ਜਿਨ੍ਹਾਂ ਨੇ ਤੇਰੇ ਨਾਮ ਨੂੰ ਸੀਸ ਨਵਾਇਆ, ਜਿਨ੍ਹਾਂ ਨੇ ਤੇਰੇ ਨਾਮ ਦੇ ਵਿੱਚ ਲਿਵ ਜੋੜ ਕੇ ਰੱਖੀ, ਨਾਨਕ ਤਿਨ ਦਰ ਭੀਖਿਆ ਪਾਏ। ਮੈਂ ਉਹਨਾਂ ਦੇ ਦਰ ਦਾ ਭਿਖਾਰੀ ਬਣ ਜਾਵਾਂ। ਮੈਂ ਉਹਨਾਂ ਤੋਂ ਭੀਖ ਮੰਗਦਾ ਹਾਂ ਕਿ ਉਹ ਮੈਨੂੰ ਭੀਖ ਨਾਮ ਦੀ ਪਾ ਦੇਣ। ਫਿਰ ਸਤਿਗੁਰੂ ਜੀ ਦੇ ਜਦੋਂ ਆਪਾਂ ਬਚਨ ਪੜ੍ਹਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਉਚਾਰਨ ਕੀਤੀ, ਇਸ ਧਰਤੀ ਨੂੰ
ਇਸ ਲੁਕਾਈ ਨੂੰ ਸੋਧਣ ਦੇ ਵਾਸਤੇ, ਕਿਉਂਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਆਪਾਂ ਸ਼ਬਦ ਨਾਲ ਨਾਲ ਯਾਦ ਰੱਖਣਾ ਕਿ ਚੜ੍ਹਿਆ ਸੋਧਣ ਧਰਤ ਲੁਕਾਈ। ਇਸ ਧਰਤ ਲੁਕਾਈ ਨੂੰ ਸੋਧਣ ਦੇ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਸ਼ਬਦ ਦਿੱਤਾ, ਸਾਨੂੰ ਸ਼ਬਦ ਦੇ ਲੜ ਲਾਇਆ। ਕਿਉਂਕਿ ਜੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਲਵੰਡੀ ਦੇ ਵਿੱਚ ਹੀ ਰਹਿੰਦੇ, ਉਸ ਅਸਥਾਨ 'ਤੇ ਹੀ ਟਿਕੇ ਰਹਿੰਦੇ, ਇਹਨਾਂ ਦੇਸ਼ਾਂ ਦਾ ਭਰਮਣ ਨਾ ਕਰਦੇ, ਉਦਾਸੀਆਂ ਨਾ ਕਰਦੇ, ਤੇ ਫਿਰ ਸੱਜਣ ਠੱਗ ਵਰਗੇ, ਕੌਡੇ ਰਾਖਸ਼ ਵਰਗੇ ਜੋਗੀਆਂ ਨੂੰ, ਸਿੱਧਾਂ ਨੂੰ ਕਿੰਨੇ ਸਿੱਧੇ ਰਸਤੇ ਪਾਉਣਾ ਸੀ। ਸਤਿਗੁਰੂ ਜੀ ਨੇ ਸ਼ਬਦ ਨੂੰ ਸਾਰਿਆਂ ਦੇ ਕੋਲ ਪਹੁੰਚਾਇਆ। 10 ਜਾਮਿਆਂ ਤੱਕ ਸਤਿਗੁਰੂ ਜੀ ਸਾਨੂੰ ਸ਼ਬਦ ਦੇ ਨਾਲ ਹੀ ਜੋੜਦੇ ਰਹੇ। ਸਾਨੂੰ ਵੀ ਇਸੇ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਕਿ ਭਾਈ ਸ਼ਬਦ ਦੀ ਅਰਾਧਨਾ ਕਰੋਗੇ ਜੇ ਤੇ ਫਿਰ ਇਸ ਸੰਸਾਰ ਸਮੁੰਦਰ ਤੋਂ ਤਰ ਜਾਓਗੇ। ਜੇ ਸ਼ਬਦ ਦੇ ਨਾਲੋਂ ਟੁੱਟ ਗਏ ਤੇ ਫਿਰ ਤੁਹਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਜੇ ਸ਼ਬਦ ਨੂੰ ਆਪਾਂ ਸਰਵਣ ਕਰਾਂਗੇ, ਸ਼ਬਦ ਨੂੰ ਆਪਾਂ ਪੜਾਂਗੇ ਤੇ ਫਿਰ ਸਾਡਾ ਪਾਰ ਉਤਾਰਾ ਹੋ ਜਾਵੇਗਾ। ਕਿਉਂਕਿ ਜਿਨ੍ਹਾਂ ਨੇ ਮੰਜ਼ਿਲ ਤੇ ਪਹੁੰਚਣਾ ਹੁੰਦਾ ਹੈ, ਕਿਉਂਕਿ ਸਾਡੀ ਮੰਜ਼ਿਲ ਕੀ ਹੈ? ਪਰਮੇਸ਼ਰ ਦੇ ਵਿੱਚ ਅਸੀਂ ਅਭੇਦ ਹੋਣਾ ਹੈ। ਪਰਮੇਸ਼ਰ ਦੇ ਨਾਲ ਅਭੇਦ ਹੋਣ ਦੇ ਵਾਸਤੇ ਅਸੀਂ ਜੇ ਪਰਮੇਸ਼ਰ ਦਾ ਨਾਮ ਜਪਾਂਗੇ, ਠੀਕ ਹੈ ਦੁਨਿਆਵੀ ਸੁੱਖ ਨੇ ਮਨੁੱਖ ਲੋੜਦਾ ਹੈ ਕਿ ਮੈਨੂੰ ਸਾਰਾ ਕੁਝ ਪ੍ਰਾਪਤ ਹੋ ਜਾਵੇ, ਕਿਉਂਕਿ ਉਹ ਵੀ ਗੁਰੂ ਸਾਹਿਬ ਜੀ ਦੇ ਦਰ ਤੋਂ ਹੀ ਪ੍ਰਾਪਤ ਹੋਣਾ ਹੈ। ਕਿਉਂਕਿ ਕਈ ਵਾਰ ਕਈ ਲੋਕ ਕਹਿ ਵੀ ਦਿੰਦੇ ਨੇ ਕਿ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਕਹਿੰਦੇ, ਤੇ ਬਾਬਾ ਧੰਨਾ ਜੀ ਤੇ ਕਹਿੰਦੇ ਨੇ ਕਿ ਮੈਨੂੰ ਸਾਰੀਆਂ ਹੀ ਵਸਤਾਂ ਚਾਹੀਦੀਆਂ ਨੇ। ਠੀਕ ਹੈ, ਦੁਨੀਆ ਦੇ ਵਿੱਚ ਰਹਿੰਦਿਆਂ, ਗ੍ਰਸਤੀ ਜੀਵਨ ਦੇ ਵਿੱਚ ਰਹਿੰਦਿਆਂ ਸਾਰੀਆਂ ਵਸਤਾਂ ਜ਼ਰੂਰੀ ਨੇ, ਪਰ ਜੋ ਸਾਡਾ ਮਕਸਦ ਹੈ ਕਿ ਅਸੀਂ ਉਸ ਨਿਰੰਕਾਰ ਦੇ ਵਿੱਚ ਅਭੇਦ ਹੋਣਾ ਹੈ ਔਰ ਆਪਣੇ ਜਨਮ ਨੂੰ ਸਫਲਾ ਬਣਾਉਣਾ ਹੈ। ਜਿਨ੍ਹਾਂ ਨੇ ਮੰਜ਼ਿਲ ਤੇ ਭਾਵ ਪਹੁੰਚਣਾ ਹੈ, ਉਹ ਕਦੀ ਰੁਕਿਆ ਨਹੀਂ ਕਰਦੇ। ਉਹ ਕਦੀ ਇਹ ਨਹੀਂ ਵੇਖਿਆ ਕਰਦੇ ਕਿ ਭਾਈ ਸਮਾਂ ਦਿਨ ਹੈ ਜਾਂ ਰਾਤ ਹੈ। ਤੁਸੀਂ ਬਾਬਾ ਫਰੀਦ ਜੀ ਦੇ ਬਚਨ ਪੜ੍ਹ ਲਓ ਤੇ ਕਹਿੰਦੇ, ਬਾਬਾ ਫਰੀਦ ਜੀ ਕਹਿੰਦੇ ਨੇ ਕਿ ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ, ਕਿ ਆਪਣੇ ਪੰਥ ਨੂੰ, ਆਪਣੇ ਰਸਤੇ ਨੂੰ ਭਾਈ ਜਲਦੀ ਪਕੜ, ਉਸ ਦੇ ਉੱਪਰ ਚੱਲੇਗਾ ਤੇ ਫਿਰ ਤੂੰ ਮੰਜ਼ਿਲ ਤੇ ਪਹੁੰਚ ਗਿਆ। ਔਰ ਜੇ ਬੁੱਢਾ ਹੋ ਗਿਆ, ਭਾਵ ਸਰੀਰ ਤੇਰਾ ਨਿਰਬਲ ਹੋ ਗਿਆ, ਫਿਰ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਣਾ, ਉਸ ਪਰਮੇਸ਼ਰ ਦੀ ਆਰਾਧਨਾ ਨਹੀਂ ਕੀਤੀ ਜਾਣੀ। ਤਾਂ ਕਰਕੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਭਾਈ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਜ਼ਰੂਰੀ ਹੈ। ਆਪਾਂ ਇੱਕ ਬਚਨ ਪੜ੍ਹਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜੋ ਮਾਰਿਆ ਸਿੱਕਾ ਜਗਤ ਵਿੱਚ ਕੇ ਨਾਨਕ ਨਿਰਮਲ ਪੰਥ ਚਲਾਇਆ। ਔਰ ਇਹ ਸਤਿਗੁਰੂ ਜੀ ਨੇ ਬਚਨ, ਜੋ ਭਾਈ ਗੁਰਦਾਸ ਜੀ ਨੇ ਇਹ ਜੋ ਬਚਨ ਲਿਖਿਆ, ਇਸ ਦੇ ਵਿੱਚ ਸਤਿਗੁਰੂ ਜੀ ਜਦੋਂ ਅਖੀਰ ਦੇ ਵਿੱਚ ਜਾ ਕੇ ਬਖਸ਼ਿਸ਼ ਕਰਨਗੇ ਨਾ, ਤੇ ਸਤਿਗੁਰੂ ਜੀ ਕਹਿੰਦੇ ਕਿ ਥਾਪਿਆ ਲਹਿਣਾ ਜੀਵਦੇ ਗੁਰਿਆਈ, ਸਿਰ ਛਤਰ ਫਿਰਾਇਆ, ਜੋਤੀ ਜੋਤ ਮਿਲਾਏ ਕੈ, ਸਤਿਗੁਰ ਨਾਨਕ ਰੂਪ ਵਿਟਾਇਆ, ਲੱਖ ਨਾ ਕੋਈ ਸਕਈ, ਆਚਰਜੇ ਆਚਰਜ ਦਿਖਾਇਆ, ਖਾਇਆ ਪਲਟ ਸਰੂਪ ਬਣਾਇਆ। ਕਿ ਭਾਵ ਇਸ ਸ਼ਬਦ ਨੂੰ ਪ੍ਰਚਾਰਨ ਦੇ ਵਾਸਤੇ ਹੀ ਅਗਲੇ ਸਰੂਪ ਦੇ ਵਿੱਚ ਆ ਗਏ। ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਣ ਗਏ। ਇਸੇ ਤਰ੍ਹਾਂ ਸਤਿਗੁਰੂ ਜੀ 10 ਜਾਮਿਆਂ ਤੱਕ, ਜੋ ਜਿੱਥੇ ਸਰੀਰ ਸਤਿਗੁਰੂ ਜੀ ਨੇ ਬਦਲਿਆ, ਜੋਤ ਇੱਕ ਰਹੀ ਔਰ ਪਰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਦੇ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਚਾਹੇ ਗ੍ਰੰਥ ਸਨ, ਬਹੁਤ ਗ੍ਰੰਥ ਨੇ, ਪਰ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਸਤਰੀ ਨੂੰ ਮਾੜਾ ਗਿਣਿਆ ਗਿਆ, ਕਿਤੇ ਨੀਵੀਂ ਜਾਤ ਕਿਸੇ ਨੂੰ ਦੱਸਿਆ ਗਿਆ, ਕਿਸੇ ਨੂੰ ਹੱਕ ਨਹੀਂ ਸੀ ਕਿ ਭਾਈ ਉਹ ਮੰਦਰ ਦੇ ਵਿੱਚ ਜਾਂ ਮਸੀਤ ਦੇ ਵਿੱਚ ਜਾ ਕੇ ਉਸ ਪਰਮੇਸ਼ਰ ਦੇ ਦਰਸ਼ਨ ਕਰ ਸਕੇ, ਪਰਮੇਸ਼ਰ ਦਾ ਨਾਮ ਜਪ ਸਕੇ। ਔਰ ਜਿਹੜਾ ਫਿਰ ਉੱਥੇ ਜਾ ਹੀ ਨਹੀਂ ਸਕਦਾ, ਭਾਵ ਕਹਿੰਦੇ ਨੇ ਸਿਆਣੇ ਦੱਸਦੇ ਨੇ ਕਿ ਕਈ ਵਾਰ ਇਸ ਤਰ੍ਹਾਂ ਸੀ ਕਿ ਜਿਹੜੇ ਨੀਚ ਜਾਤੀ ਭਾਵ ਛੋਟੇ ਵਰਗ ਦੇ ਲੋਕ ਸੀ ਨਾ, ਜੋ ਬ੍ਰਾਹਮਣ ਨੇ ਵੰਡ ਕੀਤੀ ਸੀ ਕਿ ਖੱਤਰੀ ਨੇ, ਬ੍ਰਾਹਮਣ ਨੇ, ਸ਼ੂਦਰ ਨੇ, ਵੈਸ ਨੇ, ਸਤਿਗੁਰੂ ਜੀ ਨੇ ਜਿੱਥੇ ਸਾਰਿਆਂ ਨੂੰ ਇੱਕ ਸ਼ਬਦ ਦੇ ਨਾਲ ਨਿਰੰਤਰ ਲੰਗਰ ਸਾਰਿਆਂ ਦੇ ਵਿੱਚ ਇੱਕੋ ਜਿਹਾ ਵਰਤਾਇਆ ਕਿ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਕਿਉਂ ਵਰਨਾ ਕੋ ਸਾਂਝਾ। ਉੱਥੇ ਕਹਿੰਦੇ ਉਹਨਾਂ ਦੇ ਵਿੱਚ ਜੇ ਕੋਈ
ਨੀਵੀਂ ਜਾਤ ਦਾ ਮੰਦਰ ਦੇ ਵਿੱਚ ਚਲਿਆ ਜਾਵੇ ਜਾਂ ਕਿਸੇ ਦੇ ਕੰਨਾਂ ਦੇ ਵਿੱਚ ਪਰਮੇਸ਼ਰ ਦੀ ਆਵਾਜ਼ ਪੈ ਗਈ ਤੇ ਕਹਿੰਦੇ ਉਹਦੇ ਕੰਨਾਂ ਦੇ ਵਿੱਚ ਹੀ ਸਿੱਕਾ ਘੋਲ ਕੇ ਪਾ ਦਿੱਤਾ ਜਾਂਦਾ ਸੀ ਕਿ ਭਾਈ ਇਸ ਨੇ ਪਰਮੇਸ਼ਰ ਦਾ ਨਾਮ ਕਿਉਂ ਸੁਣਿਆ। ਜੇ ਕਿਸੇ ਨੇ ਅੱਖਾਂ ਦੇ ਨਾਲ ਦੇਖ ਲੈਣਾ ਤੇ ਉਸ ਦੀਆਂ ਅੱਖਾਂ ਕੱਢ ਦਿਆ ਕਰਦੇ ਸੀ। ਤਾਂ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਜੋ ਸੰਪਾਦਨਾ ਹੋਈ, ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸੰਪਾਦਨਾ ਕੀਤੀ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜੇ ਪਰਮੇਸ਼ਰ ਦਾ ਨਾਮ ਜਪੋਗੇ, ਉਸ ਦੀ ਆਰਾਧਨਾ ਕਰੋਗੇ ਤੇ ਫਿਰ ਇਹ ਜੋ ਤੁਹਾਡਾ ਜੀਵਨ ਹੈ ਇਹ ਸਫਲਾ ਹੋ ਸਕਦਾ ਹੈ। ਨਹੀਂ ਤੇ ਜਿੰਨਾ ਚਿਰ ਤੱਕ ਤੁਸੀਂ ਪਰਮੇਸ਼ਰ ਦਾ ਭਾਈ ਨਾਮ ਨਹੀਂ ਜਪਦੇ, ਉਸ ਦੀ ਆਰਾਧਨਾ ਨਹੀਂ ਕਰਦੇ, ਤਦ ਤੱਕ ਤੁਹਾਡਾ ਜੀਵਨ ਇਸ ਦੁਨਿਆਵੀ ਝਮੇਲਿਆਂ ਦੇ ਵਿੱਚ ਫਸਿਆ ਰਹੇਗਾ। ਤੁਸੀਂ ਦੁਨਿਆਵੀ ਝਮੇਲਿਆਂ ਦੇ ਵਿੱਚ ਫਸੇ ਰਹੋਗੇ ਔਰ ਉਸ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪ ਸਕੋਗੇ। ਤਾਂ ਕਰਕੇ ਉਹਨਾਂ ਨੇ ਕਿਹਾ ਕਿ ਭਾਈ ਪਰਮੇਸ਼ਰ ਦੇ ਨਾਮ ਦੀ ਜੋ ਆਰਾਧਨਾ ਹੈ ਉਹ ਸਭ ਤੋਂ ਪਹਿਲਾਂ ਹੈ, ਉਹ ਜ਼ਰੂਰੀ ਹੈ। ਕਿਉਂਕਿ ਜੇ ਪਰਮੇਸ਼ਰ ਦੇ ਨਾਮ ਨੂੰ ਜਪੋਗੇ ਤੇ ਫਿਰ ਤੁਸੀਂ ਆਪਣੇ ਪੰਥ ਤੇ ਭਾਵ ਜੋ ਜਿੱਥੇ ਤੁਸੀਂ ਪਹੁੰਚਣਾ ਹੈ ਉੱਥੇ ਤੁਸੀਂ ਪਹੁੰਚ ਸਕਦੇ ਹੋ। ਨਹੀਂ ਤੇ ਭਾਈ ਗੁਰਦਾਸ ਜੀ ਦੇ ਜੋ ਬਚਨ ਨੇ ਕਿ ਕੱਲੀਆਂ ਗੱਲਾਂ ਕਰਨ ਦੇ ਨਾਲ, ਕੇਵਲ ਗੱਲਾਂ ਕਰੀ ਜਾਣੀਆਂ, ਜਿਵੇਂ ਕਿਸੇ ਮੀਲ ਪੱਥਰ ਦੇ ਉੱਪਰ ਕਿਸੇ ਸ਼ਹਿਰ ਦਾ ਨਾਮ ਲਿਖਿਆ ਹੋਵੇ, ਭਾਵ ਤੁਸੀਂ ਕਿਸੇ ਸ਼ਹਿਰ ਦੇ ਉੱਪਰ ਜਾਣਾ, ਕਿਤੇ ਸ਼ਹਿਰ ਜਾਣਾ ਹੈ ਤੇ ਉੱਥੇ ਲਿਖਿਆ ਹੈ ਕਿ ਇਹ ਸ਼ਹਿਰ ਇੱਥੋਂ ਇੰਨੇ ਕਿਲੋਮੀਟਰ ਦੂਰ ਹੈ, ਦੁਨਿਆਵੀ ਤੌਰ ਤੇ ਉਦਾਹਰਨ ਲੈ ਲਈਏ, ਤੇ ਜੇ ਉਸ ਨੂੰ ਖੜੇ ਹੋ ਕੇ ਉੱਥੇ ਹੀ ਪੜ੍ਹੀ ਜਾਓ ਕਿ ਇੰਨੇ ਕਿਲੋਮੀਟਰ ਹੈ ਤੇ ਤੁਰੋ ਨਾ, ਉਸ ਪੰਥ ਤੇ ਜਾਓ ਨਾ, ਤੇ ਫਿਰ ਤੁਸੀਂ ਕਦੀ ਵੀ ਉਸ ਸ਼ਹਿਰ ਨਹੀਂ ਪਹੁੰਚ ਸਕਦੇ। ਭਾਈ ਗੁਰਦਾਸ ਜੀ ਕਹਿੰਦੇ ਕਿ ਪ੍ਰੀਤਮ ਕੈ ਦੇਸ ਕੈਸੇ ਬਾਤਨ ਕੈ ਜਾਈਏ। ਤੇ ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਨਾਮ ਹੈ ਕਿ ਉਸ ਪਰਮੇਸ਼ਰ ਦੇ ਨਾਮ ਨੂੰ ਜਪਣ ਤੋਂ ਬਗੈਰ ਕੱਲੀਆਂ ਗੱਲਾਂ ਕਰਨ ਦੇ ਨਾਲ ਭਾਈ ਪਹੁੰਚਿਆ ਨਹੀਂ ਜਾਣਾ। ਪੂਛਤ ਪਥਕ ਤਿਹ ਮਾਰਗ ਨਾ ਧਾਰੇ ਪਗ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਏ। ਉਸ ਪਰਮੇਸ਼ਰ ਦੇ ਦੇਸ਼ ਦੇ ਵਿੱਚ ਕੱਲੀਆਂ ਗੱਲਾਂ ਕਰਨ ਦੇ ਨਾਲ ਨਹੀਂ ਭਾਈ ਜਾਇਆ ਜਾ ਸਕਦਾ, ਜਿਸ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਲਿਖਦੇ ਨੇ ਕਿ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੇ ਹਰ ਹਰ ਊਤਮ ਬਾਨੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਸ ਨੇ ਪਰਮੇਸ਼ਰ ਦੀ ਆਗਿਆ ਨੂੰ ਸਤ ਕਰਕੇ ਮੰਨਿਆ, ਉਸ ਪਰਮੇਸ਼ਰ ਦੇ ਭਾਣੇ ਦੇ ਵਿੱਚ ਰਹੇ। ਉਹਨਾਂ ਨੇ ਪਰਮੇਸ਼ਰ ਦੇ ਦਵਾਰ ਤੇ ਜਾ ਕੇ, ਪਰਮੇਸ਼ਰ ਦੇ ਦਰ ਤੇ ਜਾ ਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਉਸ ਦੀ ਆਰਾਧਨਾ ਕੀਤੀ ਤੇ ਉਹ ਆਪਣੇ ਪੰਥ ਤੇ ਚੱਲੇ ਤੇ ਉਹਨਾਂ ਨੇ ਆਪਣਾ ਜੀਵਨ ਸਵਾਰ ਲਿਆ। ਦੂਜੀ ਗੱਲ, ਕਿਉਂਕਿ ਪਹਿਲਾਂ ਧਰਮ ਦੇ ਨਾਂ ਦੇ ਉੱਪਰ ਲੁੱਟਿਆ ਬਹੁਤ ਜਾਂਦਾ ਸੀ ਲੋਕਾਂ ਨੂੰ। ਹੁਣ ਵੀ ਅੱਜ ਅਸੀਂ ਦੇਖਦੇ ਹਾਂ ਕਿਤੇ ਕਿਤੇ ਅੱਜ ਵੀ ਇਹੀ ਹਾਲ ਹੈ। ਕਈ ਵਾਰ ਦਿਨ ਵਾਰ ਕੇ ਭਾਈ ਇਹ ਦਿਨ ਚੰਗਾ ਨਹੀਂ, ਇਹ ਵੇਲਾ ਚੰਗਾ ਨਹੀਂ, ਉਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਭਾਈ ਇਸ ਦਿਨ ਕੰਮ ਕਰਨਾ ਹੈ, ਤੁਸੀਂ ਇਸ ਦਿਨ ਕੰਮ ਨਹੀਂ ਕਰਨਾ। ਦਿਨਾਂ ਵਾਰਾਂ ਦੇ ਨਾਂ ਤੇ ਵੀ ਲੁੱਟਦੇ ਸੀ ਲੋਕਾਂ ਨੂੰ। ਪਰ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕਰਕੇ ਕਹਿੰਦੇ ਕਿ ਮਾ ਦਿਵਸ ਮਹੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ। ਕਿ ਇਹ ਨਾਨਕ ਆਪ ਜੀ ਦੇ ਪਾਸੋਂ ਨਾਮ ਦੀ ਦਾਤ ਮੰਗਦਾ ਹੈ। ਔਰ ਗੁਰਬਾਣੀ ਦੇ ਅਨੁਸਾਰ ਸਾਰੇ ਹੀ ਦਿਨ ਭਾਈ ਇੱਕੋ ਜਿਹੇ ਹਨ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪ ਲਿਆ। ਔਰ ਜੋ ਨਾਮ ਜਪਦੇ ਨੇ, ਫਿਰ ਸਤਿਗੁਰੂ ਜੀ ਦਾਤਾ ਜੀ ਕਹਿੰਦੇ ਕਿ ਫੂਟੋ ਆਂਡਾ ਭਰਮ ਕਾ, ਮਨੇ ਭਇਓ ਪ੍ਰਗਾਸ, ਕਾਟੀ ਬੇਰੀ ਪਗੈ ਤੈ ਗੁਰ ਕੀਨੀ ਬੰਦ ਖਲਾਸ, ਆਮਣ ਜਾਣ ਰਹਿਓ ਤਪਤ ਕੜਾਹਾ, ਬੁਝ ਗਿਆ ਗੁਰ ਸ਼ੀਤਲ ਨਾਮ ਦਿਓ। ਕਿ ਇਹ ਜੋ ਅੰਦਰ ਹਿਰਦਾ ਤਪਦਾ ਸੀ, ਸੜਦਾ ਬਲਦਾ ਸੀ, ਔਰ ਪਰਮੇਸ਼ਰ ਦੇ ਨਾਮ ਨੂੰ ਜਪਿਆ ਤੇ ਜਿੱਥੇ ਅੰਦਰੋਂ ਭਰਮ ਸੀ, ਜੋ ਫੂਟੋ ਆਂਡਾ ਭਰਮ ਕਾ, ਜਿੱਥੇ ਉਹ ਭਰਮ ਨਾਸ ਹੋਇਆ, ਉਥੇ ਸਤਿਗੁਰੂ ਜੀ ਨੇ ਜੋ ਇਹਦੇ ਪੈਰਾਂ ਦੇ ਵਿੱਚ ਜਿਹੜੀ ਐਸੀ ਬੇੜੀ ਪਈ ਸੀ, ਐਸੀਆਂ ਜਿਹੜੀਆਂ ਗੁਲਾਮੀ ਦੀਆਂ ਜੰਜੀਰਾਂ ਪਈਆਂ ਸਨ ਕਿ ਭਾਈ ਇਸ ਦਿਨ ਵਾਰ ਤੇ ਆਹ ਕੰਮ ਨਹੀਂ ਕਰਨਾ। ਇਸ ਦਿਨ ਵਾਰ ਕਈ ਵਾਰੀ ਘਰਾਂ ਦੇ ਵਿੱਚ ਅਸੀਂ ਦੇਖਿਆ ਝਗੜੇ ਹੋ ਜਾਂਦੇ ਨੇ, ਬੀਬੀਆਂ ਆਪਸ ਦੇ ਵਿੱਚ ਹੀ ਲੜ ਪੈਂਦੀਆਂ ਨੇ ਕਿ ਮੇਰੀ ਨੂੰਹ ਨੇ ਅੱਜ ਵੀਰਵਾਰ ਕੱਪੜੇ ਧੋ ਦਿੱਤੇ, ਸ਼ਨੀਵਾਰ ਹੈ ਅੱਜ ਇਸ ਨੇ ਸਿਰ ਨਹਾ ਲਿਆ।
ਇਹ ਬਿੱਲੀ ਲੰਘ ਗਈ ਅੱਗੋਂ ਦੀ, ਰਸਤਾ ਕੱਟ ਦਿੱਤਾ। ਕਈ ਵਾਰੀ ਐਸੇ ਭਰਮਾਂ ਦੇ ਵਿੱਚ ਲੋਕ ਪੈ ਜਾਂਦੇ ਨੇ, ਕਹਿੰਦੇ ਨੇ ਕਿ ਸ਼ਗਨ ਅਪਸ਼ਗਨ ਹੋ ਗਿਆ। ਇਹਨਾਂ ਭਰਮਾਂ ਦੇ ਵਿੱਚ ਲੋਕੀ ਪਏ। ਪਰ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਜਾਪ ਗੁਰਬਾਣੀ ਸਾਨੂੰ ਦਿੱਤੀ। ਔਰ ਦਾਤਾ ਜੀ ਕਹਿੰਦੇ ਕਿ ਭਾਈ ਜਿਸ ਨੇ ਵੀ ਗੁਰਬਾਣੀ ਨੂੰ ਪੜ੍ਹ ਲਿਆ, ਜਿਸ ਨੇ ਵੀ ਗੁਰਬਾਣੀ ਨੂੰ ਸੁਣ ਲਿਆ, ਉਸ ਦਾ ਉਧਾਰ ਹੋ ਗਿਆ ਤੇ ਉਸ ਦੇ ਅੰਦਰੋਂ ਜਿਹੜੇ ਭਰਮ ਸਨ ਇਹ ਸਾਰੇ ਹੀ ਨਾਸ ਹੋ ਗਏ। ਆਪਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਜਦੋਂ ਪੜ੍ਹਦੇ ਹਾਂ, ਜਿੱਥੇ ਜਿੱਥੇ ਵੀ ਸਤਿਗੁਰੂ ਜੀ ਨੇ ਸ਼ਬਦ ਦਾ ਪ੍ਰਚਾਰ ਕੀਤਾ, ਜਿਹੜੇ ਇਹਨਾਂ ਵਹਿਮਾਂ ਭਰਮਾਂ ਨੂੰ ਫੈਲਾਉਂਦੇ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਜਾ ਕੇ ਸ਼ਬਦ ਦਾ ਲੰਗਰ ਲਾਇਆ ਤੇ ਉਹ ਸਾਰੇ ਹੀ ਉੱਥੋਂ ਨੱਠ ਗਏ, ਭਾਵ ਉੱਥੋਂ ਦੂਰ ਹੋ ਗਏ। ਜੇ ਤੁਸੀਂ ਪੜ੍ਹੋਗੇ ਜੋ ਗੋਰਖ ਮੱਤਾ ਸੀ, ਜਿੱਥੇ ਅੱਜ ਆਪ ਜੀ ਗੁਰਦੁਆਰਾ ਸਾਹਿਬ ਦੇਖਦੇ ਹੋ ਕਿ ਨਾਨਕ ਮੱਤਾ ਹੈ, ਕਿਉਂਕਿ ਉੱਥੇ ਗੋਰਖ ਨੇ ਆਪਣੇ ਚੇਲੇ ਬਾਲੜੇ ਜੋ ਉਹਨੇ ਆਪਣੇ ਨਾਲ ਬਹੁਤ ਲਏ। ਔਰ ਉਹਨਾਂ ਨੇ ਸੰਸਾਰ ਦੇ ਵਿੱਚ, ਉਸ ਧਰਤੀ ਦੇ ਵਿੱਚ, ਜਿਹੜੇ ਨਗਰ ਦੇ ਵਿੱਚ ਰਹਿੰਦੇ ਸੀ, ਲਾਗੇ ਲਾਗੇ ਜਿੰਨਾ ਵੀ ਉਹਨਾਂ ਦੇ ਕੋਲ ਇਲਾਕਾ ਸੀ, ਸਾਰਿਆਂ ਨੂੰ ਭਰਮਾਂ ਦੇ ਵਿੱਚ ਫਸਾਇਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਜਾ ਕੇ ਸੱਚ ਦੀ ਗੱਲ ਕੀਤੀ ਤੇ ਉਹ ਗੋਰਖ ਮਤੇ ਤੋਂ ਨਾਨਕ ਮਤਾ ਬਣ ਗਿਆ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਤੇ ਜਾ ਕੇ ਜੋਗੀਆਂ ਦੇ ਨਾਲ ਵਿਚਾਰ ਕੀਤੀ, ਚਰਚਾ ਕੀਤੀ, ਤੇ ਸਤਿਗੁਰੂ ਜੀ ਦੇ ਬਚਨ ਸੁਣ ਕੇ, ਕਿਉਂਕਿ ਜੋਗੀ ਉਮਰਾਂ ਦੇ ਵਿੱਚ ਬੜੇ ਵੱਡੇ ਸੀ ਔਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਮਰਾਂ ਦੇ ਵਿੱਚ ਛੋਟੇ, ਪਰ ਉਹਨਾਂ ਨੇ ਜਦੋਂ ਦੇਖਿਆ ਕਿ ਇਸ ਬੱਚੇ ਦੇ ਵਿੱਚ, ਇਸ ਬਾਲਕ ਦੇ ਵਿੱਚ ਬੜੀ ਕਰਾਮਾਤ ਹੈ, ਹੋਵੇ ਨਾ ਕਿ ਇਸ ਨੂੰ ਅਸੀਂ ਆਪਣੇ ਧਰਮ ਦੇ ਵਿੱਚ ਲੈ ਕੇ ਆਈਏ। ਔਰ ਜੇ ਇਹ ਸਾਡੇ ਧਰਮ ਦੇ ਵਿੱਚ ਆ ਗਿਆ, ਕਿਉਂਕਿ ਸਾਡੀ ਤੇ ਉਮਰਾਂ ਵਡੇਰੀ ਹੈ, ਲੋਕੀ ਸਾਨੂੰ ਤੇ ਮੰਨਦੇ ਹੀ ਹਨ, ਪਰ ਜੇ ਇਹ ਛੋਟੀ ਉਮਰ ਦੇ ਵਿੱਚ ਵੀ ਇਹਦੇ ਵਿੱਚ ਇੰਨੀਆਂ ਅਜਮਤਾਂ ਨੇ, ਜਦੋਂ ਲੋਕੀ ਵੇਖਣਗੇ ਤੇ ਸਾਡਾ ਪੰਥ ਹੈ ਜੋ ਇਹ ਨਿਰਾਲਾ ਬਣ ਜਾਵੇਗਾ। ਜਦੋਂ ਆਪਾਂ ਬਚਨ ਪੜ੍ਹਦੇ ਹਾਂ, ਜੋਗੀ ਮਨੇ ਵਿਚਾਰਿਆ ਕਿਵ ਦਰਸ਼ਨ ਇਹ ਲੇਵੇ ਬਾਲਾ, ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੇ ਉਜਿਆਲਾ। ਭਾਈ ਗੁਰਦਾਸ ਜੀ ਦੇ ਬਚਨ ਕਿ ਇਹ ਜੋ ਬੱਚਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਪੰਥ ਨੂੰ ਉਜਾਲਾ ਕਰੇਗਾ, ਭਾਵ ਵਧੀਆ ਕਰੇਗਾ, ਸ੍ਰੇਸ਼ਟ ਲੈ ਕੇ ਜਾਵੇਗਾ, ਬਹੁਤ ਉੱਪਰ ਲੈ ਕੇ ਜਾਵੇਗਾ। ਤੇ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਭਰਮਾਉਣਾ ਚਾਹਿਆ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੱਕ ਕਹਿੰਦੇ ਖੱਪਰ ਦਿੱਤਾ ਕਿ ਭਾਈ ਆ ਜਾਓ, ਜਾ ਕੇ ਤੇ ਪਾਣੀ ਲੈ ਕੇ ਆਓ। ਔਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਣੀ ਲੈਣ ਗਏ ਤੇ ਸਿੱਧਾ ਨੇ ਆਪਣੀ ਸ਼ਕਤ ਦੇ ਨਾਲ ਉਸ ਨਦੀ ਦੇ ਵਿੱਚ ਹੀਰੇ ਜਵਾਹਰਾਤ ਮੋਤੀ ਇਤਿਆਦਿਕ ਸਾਰਾ ਕੁਝ ਪਾ ਦਿੱਤਾ। ਪਰ ਸਤਿਗੁਰੂ ਜੀ ਜਦੋਂ ਉੱਥੇ ਜਾ ਕੇ ਦੇਖਿਆ ਕਿ ਇਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਹੀਰੇ ਇਤਿਆਦਿਕ ਬਣਾ ਦਿੱਤੇ ਨੇ, ਤੇ ਵਾਪਸ ਆ ਗਏ ਕਿ ਭਾਈ ਪਾਣੀ ਉੱਥੇ ਨਹੀਂ ਹੈ। ਬਚਨ ਪੜ੍ਹਦੇ ਹਾਂ ਕਿ ਪਾਣੀ ਠੌਰ ਨਹੀਂ ਉਸ ਤਾਲਾ। ਫਿਰ ਸਿੱਧਾ ਨੇ ਕਿਹਾ ਕਿ ਉੱਥੇ ਕੀ? ਸਤਿਗੁਰੂ ਜੀ ਕਹਿੰਦੇ ਮੈਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਕਿ ਉੱਥੇ ਕੀ ਸੀ ਕੀ ਨਹੀਂ ਸੀ, ਪਰ ਉੱਥੇ ਪਾਣੀ ਨਹੀਂ ਸੀ। ਉਹ ਹੈਰਾਨ ਹੋ ਗਏ ਕਿ ਇੱਕ ਗ੍ਰਸਤੀ ਬੰਦਾ ਹੋਵੇ, ਗ੍ਰਸਤ ਦੇ ਵਿੱਚ ਰਹਿੰਦਾ ਹੋਵੇ, ਤੇ ਉਹਦੇ ਉੱਪਰ ਐਸਾ ਕੋਈ ਵੀ ਅਸਰ ਨਾ ਹੋਵੇ, ਕਿਉਂਕਿ ਜਿਹੜੇ ਦਾਤੇ ਨੇ ਬਚਨ ਕਹੇ ਹੋਣ, ਮੋਤੀ ਤਾਂ ਮੰਦਰ ਊਸਰੈ ਰਤਨੀ ਤਾਂ ਹੋਏ, ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ, ਨਾਉ ਕਿ ਮੈਂ ਐਸੀਆਂ ਵਸਤਾਂ ਨੂੰ ਨਾ ਦੇਖਾਂ ਜਿਨ੍ਹਾਂ ਨੂੰ ਦੇਖਣ ਦੇ ਨਾਲ ਤੇਰਾ ਨਾਮ ਹੈ ਜੋ ਉਹ ਮੇਰੇ ਚਿੱਤ ਦੇ ਵਿੱਚੋਂ ਵਿਸਰ ਜਾਵੇ। ਔਰ ਤੇਰਾ ਨਾਮ ਹੀ ਮੇਰੇ ਵਾਸਤੇ ਮੋਤੀ ਹੈ, ਮੇਰੇ ਵਾਸਤੇ ਹੀਰੇ ਹਨ, ਕਿਉਂਕਿ ਜਿਸ ਨੇ ਪ੍ਰਮਾਤਮਾ ਦੇ ਨਾਮ ਨੂੰ ਸੁਣਿਆ, ਉਸ ਦੇ ਹਿਰਦੇ ਦੇ ਵਿੱਚ, ਉਸ ਦੇ ਦਿਮਾਗ ਦੇ ਵਿੱਚ, ਭਾਵ ਮਸਤਕ ਦੇ ਵਿੱਚ ਉਹ ਰਤਨ ਜੜੇ ਗਏ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣਾ ਕੀਤਾ ਕਿ ਭਾਈ ਗੁਰਬਾਣੀ ਦੇ ਨਾਲ, ਸ਼ਬਦ ਦੇ ਨਾਲ ਜੁੜਨਾ ਹੈ। ਵਿਚਾਰ ਕਰੀਏ ਕਿ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਕਿ ਸਾਡੇ ਅੰਦਰ ਅੱਜ ਕਿੰਨਾ ਕੁ ਪ੍ਰਕਾਸ਼ ਹੋਇਆ ਹੈ, ਅਸੀਂ ਕਿੰਨਾ ਕੁ ਗੁਰਬਾਣੀ ਦੇ ਉੱਪਰ ਚੱਲਦੇ ਹਾਂ, ਕਿੰਨਾ ਕੁ ਅਸਰ ਕਰਦੇ ਹਾਂ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਬਾਣੀ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੌਂਪੀ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਔਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ 22 ਸਾਲ ਸੇਵਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਉਹਨਾਂ ਤੋਂ ਬਾਅਦ ਚੌਥੇ ਗੁਰਦੇਵ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ 7 ਸਾਲ, ਔਰ ਫਿਰ ਪੰਜਵੇਂ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
ਤਿੰਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਇਆ ਭਾਈ ਗੁਰਦਾਸ ਜੀ ਕੋਲੋਂ। ਔਰ ਇਹ ਭਾਈ ਗੁਰਦਾਸ ਜੀ ਉਹ ਸਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੋ ਛੋਟੇ ਭਰਾਤਾ ਸਨ ਨਾ, ਦੂਜੇ ਥਾਂ ਤੇ ਬਾਬਾ ਈਸ਼ਰ ਦਾਸ ਜੀ, ਤਿੰਨਾਂ ਦੇ ਬੱਚੇ ਸਨ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਕਾਸ਼ੀ ਤੋਂ ਵਿਦਿਆ ਪ੍ਰਾਪਤ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਤੋਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਇਆ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਗੁਰਬਾਣੀ ਉਚਾਰਤ ਕਰਦੇ ਰਹੇ। ਕਿਉਂ ਲੋੜ ਪਈ? ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਭਾਈ ਗੁਰਬਾਣੀ ਦੇ ਵਿੱਚ ਰਲਾ ਹੋ ਰਿਹਾ ਹੈ, ਕਿਉਂਕਿ ਪ੍ਰਿਥੀ ਦਾ ਪੁੱਤਰ ਜੋ ਮਿਹਰਬਾਨ ਸੀ ਉਸ ਨੇ ਵੀ ਗੁਰਬਾਣੀ ਰਚਨੀ ਸ਼ੁਰੂ ਕਰ ਦਿੱਤੀ ਔਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਵਿੱਚ ਵਰਤਣ ਲੱਗ ਗਿਆ। ਔਰ ਜਦੋਂ ਕਿਤੇ ਸਿੱਖਾਂ ਨੂੰ ਸਤਿਗੁਰੂ ਜੀ ਪੁੱਛਦੇ ਸਨ ਕਿ ਭਾਈ ਇਹ ਤੁਸੀਂ ਕਿੱਥੋਂ ਸਿੱਖਿਆ, ਉਹਨਾਂ ਨੇ ਕਹਿ ਦੇਣਾ ਕਿ ਧਰਮਸਾਲ ਦੇ ਵਿੱਚੋਂ, ਔਰ ਉਹ ਆਪਣੀ ਬਾਣੀ ਰਚੀ ਜਾਂਦੇ ਸੀ। ਸਤਿਗੁਰੂ ਜੀ ਨੇ ਕਿਹਾ ਕਿ ਇਸ ਤਰ੍ਹਾਂ ਭਾਈ ਪੰਥ ਦੇ ਵਿੱਚ, ਧਰਮ ਦੇ ਵਿੱਚ, ਗੁਰਬਾਣੀ ਦੇ ਵਿੱਚ ਬਹੁਤ ਵਿਗਾੜ ਪੈਦਾ ਹੋ ਜਾਵੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਪਾਦਨਾ ਕੀਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਸਤਿਗੁਰੂ ਜੀ ਨੇ ਸਾਰਿਆਂ ਸਿੱਖਾਂ ਦੇ ਕੋਲੋਂ ਪੋਥੀਆਂ ਮੰਗਵਾਈਆਂ, ਗੁਟਕੇ ਆਦਿਕ ਮੰਗਵਾਏ ਔਰ ਸਾਰਿਆਂ ਦੇ ਵਿੱਚ ਸੁਧਾਈ ਕੀਤੀ। ਫਿਰ ਆਪਾਂ ਜਦੋਂ ਗੁਰਬਾਣੀ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਦਰਸ਼ਨ ਕਰੀਏ ਤੇ ਦੇਖਾਂਗੇ ਕਿ ਇੱਕ ਇੱਕ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਵੇਂ ਤਰਤੀਬਵਾਰ, ਕਿਵੇਂ ਰਾਗਾਂ ਦੇ ਵਿੱਚ, ਕਿਵੇਂ ਗਿਣਤੀ ਦੇ ਵਿੱਚ, ਭਾਵ ਇੱਕ ਜੇ ਸ਼ਬਦ ਸੰਪੂਰਨ ਹੋਇਆ ਤੇ ਪਿੱਛੇ ਅੰਕ ਪਾ ਦਿੱਤਾ ਇੱਕ, ਔਰ 2 ਡੰਡੀਆਂ ਪਾ ਦਿੱਤੀਆਂ। ਔਰ ਜੇ ਸ਼ਬਦ ਵੱਡਾ ਹੈ, ਭਾਵ 4 ਅੰਕਾਂ ਦਾ ਸ਼ਬਦ ਹੈ, ਜਿੱਥੇ 1 ਅੰਕ ਅੱਗੇ ਆਉਂਦਾ ਹੈ, ਅੱਗੇ ਅੰਕ 1 ਦੁਬਾਰਾ ਫੇਰ ਆਉਂਦਾ ਹੈ ਕਿ 2, ਇਸ ਤਰ੍ਹਾਂ 4 ਅੰਕ ਹੋ ਗਏ ਤੇ ਔਰ ਅਖੀਰ ਦੇ ਵਿੱਚ ਅੱਗੇ ਆ ਜਾਂਦਾ ਹੈ ਕਿ 4 ਅੰਕ, ਔਰ ਵਿੱਚ ਡੰਡੀਆਂ ਪਾ ਦਿੱਤੀਆਂ, ਭਾਵ ਇਸ ਨੂੰ ਤਰਤੀਬ ਦਿੱਤੀ। ਔਰ ਇੱਕ ਤੁਸੀਂ ਜ਼ਰੂਰ ਖਿਆਲ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਸਤਿਗੁਰੂ ਜੀ ਨੇ ਲਿਖਵਾਇਆ ਤੇ ਜੋ ਪਹਿਲਾ ਅੰਗ ਹੈ, ਭਾਵ ਜਿੱਥੇ 1 ਓੰਕਾਰ ਦਾ ਜਾਪ ਸ਼ੁਰੂ ਹੁੰਦਾ ਹੈ, ਉਸ ਦੇ ਉੱਪਰ 1 ਅੰਕ ਨਹੀਂ ਪਾਇਆ ਦਾਤੇ ਨੇ। ਉਹ ਕਿਉਂ ਨਹੀਂ ਪਾਇਆ? ਉਹ ਦੇਖ ਲਿਓ, ਖਾਲੀ ਹੁੰਦਾ ਹੈ, ਉਸ ਦੇ ਉੱਪਰ ਵੀ 1 ਓੰਕਾਰ ਲਿਖਿਆ ਹੁੰਦਾ ਹੈ। ਕਿਉਂਕਿ ਜਿਹੜੇ ਇਨਸਾਨ, ਜਿਹੜੇ ਮਨੁੱਖ ਅੱਜ ਵੀ ਨਹੀਂ ਹਟਦੇ ਇਹੋ ਜਿਹੇ ਕੰਮ ਕਰਨ ਤੋਂ ਕਿ ਭਾਵ ਕੋਈ ਖਾਸ ਅੰਕ ਹੈ ਜੋ ਉਸ ਨੂੰ ਲਿਖ ਕੇ ਗਲੇ ਦੇ ਵਿੱਚ ਪਾ ਲੈਣਾ, ਕੋਈ ਖਾਸ ਅੰਕ ਉਸ ਨੂੰ ਹੱਥ ਦੇ ਉੱਪਰ ਲਿਖ ਲੈਣਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕਿਹਾ ਕਿ ਇਹ ਨਾ ਹੋਵੇ ਕਿਤੇ ਕਿ ਕੋਈ ਇਹ 1 ਅੰਕ ਲਿਖ ਹੀ ਲਵੇ, ਕੋਈ ਗੱਲ ਦੇ ਵਿੱਚ ਪਾ ਲਵੇ, ਕੋਈ ਕੁਝ ਕਰੀ ਜਾਵੇ, ਪਰ ਜਿਹੜੀ ਗੱਲ ਅਸਰ ਕਰਨ ਵਾਲੀ ਹੈ, ਗੁਰਬਾਣੀ ਤੇ ਅਸਰ ਕਰਨਾ, ਉਹ ਕਰੇ ਕੋਈ ਨਾ। ਸਤਿਗੁਰੂ ਜੀ ਨੇ ਵਾਰ-ਵਾਰ ਸਾਨੂੰ ਸਮਝਾਇਆ। ਔਰ ਭਾਈ ਇਹ ਚੀਜ਼ਾਂ ਕਰਨ ਤੋਂ ਕਿਹਾ ਕਿ ਭਾਈ ਗੁਰੇਜ਼ ਕਰਨਾ ਹੈ, ਕੇਵਲ ਪਰਮੇਸ਼ਰ ਦਾ ਨਾਮ ਜਪਣਾ ਹੈ। ਸੰਪਾਦਨਾ ਹੋਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਔਰ ਜਦੋਂ ਪ੍ਰਕਾਸ਼ ਹੋਣਾ ਸੀ, ਭਾਵ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ 1 ਰਾਤ ਪਹਿਲਾਂ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਦੀਨ ਦੁਨੀਆ ਦੇ ਮਾਲਕ, ਰਾਤ ਪਰਿਕਰਮਾ ਦੇ ਵਿੱਚ ਸਤਿਗੁਰੂ ਜੀ ਟਹਿਲ ਰਹੇ ਨੇ ਤੇ ਸਤਿਗੁਰੂ ਜੀ ਸੋਚਦੇ ਪਏ ਨੇ ਕਿ ਇਹ ਜੋ ਸੇਵਾ ਹੈ ਉਹ ਕਿਸ ਨੂੰ ਸੌਂਪਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਟਹਿਲਦੇ ਜਿੱਥੇ ਅੱਜ ਆਪਾਂ ਦੇਖਦੇ ਹਾਂ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਹੈ, ਉਸ ਜਗ੍ਹਾ ਦੇ ਕੋਲ ਆਏ। ਉੱਥੇ ਬਾਬਾ ਬੁੱਢਾ ਸਾਹਿਬ ਜੀ ਵੀ ਬੈਠੇ, ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜੇ, ਉਸ ਪਰਮੇਸ਼ਰ ਦੀ ਅਰਾਧਨਾ ਕਰਦੇ ਪਏ। ਸਤਿਗੁਰੂ ਜੀ ਦੇ ਕੋਲ ਆਏ ਔਰ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਹੈ, ਤੁਸੀਂ ਉਸ ਦਾ ਪਹਿਲਾ ਪ੍ਰਕਾਸ਼ ਕਰਨਾ ਹੈ। ਇਹ ਸੇਵਾ ਤੁਹਾਡੇ ਕੋਲੋਂ ਲੈਣੀ ਹੈ। ਵੇਖੋ ਦੀਨ ਦੁਨੀਆ ਦੇ ਮਾਲਕ, ਜਿੱਥੇ ਦੂਰ ਅੰਦੇਸ਼ੀ ਨੇ ਉਹ ਜਾਣਦੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਇਸ ਗੁਰੂ ਘਰ ਦੇ ਨਾਲ ਰਹੇ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਵਿਦਿਆ ਵੀ ਜਾਣਦੇ ਨੇ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਸ਼ਸਤਰ ਵੀ ਜਾਣਦੇ ਨੇ। ਕਿਉਂਕਿ ਅਸੀਂ ਜਾਣਦੇ ਹਾਂ ਕਿ 6ਵੇਂ ਗੁਰਦੇਵ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲ ਵੀ ਭੇਜਿਆ ਸੀ ਕਿ ਭਾਈ ਉੱਥੇ ਜਾਓ, ਉੱਥੇ ਜਾ ਕੇ ਵਧੀਆ ਵਿਦਿਆ ਹਾਸਲ ਕਰੋ ਔਰ ਨਾਲ ਸ਼ਸਤਰ ਵਿਦਿਆ ਵੀ ਹਾਸਲ ਕਰੋ। ਸਤਿਗੁਰੂ ਜੀ ਨੇ ਜਦੋਂ ਇੰਨੇ ਬਚਨ ਕਹੇ ਤੇ ਅੱਗੋਂ ਬਾਬਾ ਬੁੱਢਾ ਸਾਹਿਬ ਜੀ ਨਿਮਰਤਾ ਦੇ ਪੁੰਜ, ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਮੈਂ ਘਾਹ ਖੋਦਣ ਵਾਲਾ ਸਤਿਗੁਰੂ, ਮੈਂ ਬੁੱਢਾ, ਮੇਰੇ ਕੋਲੋਂ ਪ੍ਰਕਾਸ਼ ਕਿਉਂ ਕਰਵਾਉਣਾ ਤੁਸੀਂ? ਤੇ ਗੁਰੂ ਸਾਹਿਬ ਜੀ ਦੇ ਬਚਨ ਸਨ,
ਗੁਰੂ ਸਾਹਿਬ ਜੀ ਨੇ ਕਿਹਾ, ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਜੋੜੇ ਗੰਢਣ ਵਾਲੇ, ਜੋ ਕੱਪੜੇ ਸਿਉਣ ਵਾਲੇ, ਭਾਵ ਬਾਬਾ ਨਾਮਦੇਵ ਜੀ, ਭਗਤ ਕਬੀਰ ਜੀ, ਜਿਨ੍ਹਾਂ ਦੀ ਗੁਰਬਾਣੀ ਦਾਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ, ਬਾਬਾ ਰਵਿਦਾਸ ਜੀ ਦੀ ਬਾਣੀ ਦਰਜ ਕੀਤੀ। ਕਹਿੰਦੇ ਕਿ ਜੇ ਉਹਨਾਂ ਦੀ ਗੁਰਬਾਣੀ ਦਰਜ ਹੈ ਤੇ ਤੁਸੀਂ ਗੁਰੂ ਘਰ ਦੇ ਅਨੰਨ ਸੇਵਕ ਹੋ, ਤੁਸੀਂ ਬਹੁਤ ਕਮਾਈ ਕੀਤੀ ਹੈ, ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ ਹੈ, ਸਾਡੇ ਤੱਕ 5 ਜਾਮਿਆਂ ਦੇ ਦਰਸ਼ਨ ਕਰ ਲਏ ਨੇ, ਇਹ ਸੇਵਾ ਅਸੀਂ ਤੁਹਾਡੇ ਕੋਲੋਂ ਲੈਣੀ ਹੈ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਖੜੇ ਹੋ ਗਏ। 98 ਸਾਲ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ ਜੀ ਦੀ। ਇੰਨੀ ਸ਼ਰਧਾ, ਇੰਨੀ ਪ੍ਰਤੀਤ ਗੁਰੂ ਸਾਹਿਬ ਜੀ ਦੇ ਉੱਪਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਚਨ ਕੀਤੇ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਿ ਗੁਰੂ ਸਾਹਿਬ ਜੀ 7 ਬਚਨ, ਕਿਉਂਕਿ ਜਿਨ੍ਹਾਂ ਨੇ ਗੁਰਬਾਣੀ ਦੇ ਨਾਲ ਭਾਈ ਪ੍ਰੇਮ ਕੀਤਾ ਹੈ, ਜਿਨ੍ਹਾਂ ਨੇ ਗੁਰਬਾਣੀ ਨੂੰ ਸਤਿਕਾਰਿਆ ਹੈ। ਆਪਾਂ ਬਚਨ ਪੜਾਂਗੇ ਕਿ ਜਿਨ੍ਹਾਂ ਨੇ ਗੁਰਬਾਣੀ ਦਾ ਸਤਿਕਾਰ ਵੀ ਨਹੀਂ ਕੀਤਾ, ਕਿਉਂਕਿ ਗੁਰਬਾਣੀ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਜਿਹੜੇ ਮੇਰੇ ਵੀਰ, ਮੇਰੀਆਂ ਭੈਣਾਂ, ਮੇਰੇ ਤੋਂ ਵੱਡੇ ਮਾਵਾਂ ਹਨ ਜੋ ਪਾਠ ਕਰਦੇ ਨੇ, ਭਾਈ ਜਦੋਂ ਵੀ ਆਪਾਂ ਹੱਥ ਦੇ ਵਿੱਚ ਗੁਟਕਾ ਸਾਹਿਬ ਫੜਨਾ ਹੈ ਤਾਂ ਗੁਟਕਾ ਸਾਹਿਬ ਨੂੰ ਆਪਣੇ ਪਹਿਲਾਂ ਹੱਥ ਸਵੱਛ ਕਰਕੇ ਫੜਨਾ ਹੈ। ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਦਾ ਗੁਰਬਾਣੀ ਦੇ ਨਾਲ ਸਨੇਹ ਹੈ ਉਹ ਕਦੀ ਵੀ ਗੁਟਕਾ ਸਾਹਿਬ ਨੂੰ ਆਪਣੀ ਛਾਤੀ ਤੋਂ ਭਾਵ ਨੀਚੇ ਨਹੀਂ ਜਾਣ ਦਿੰਦੇ, ਉੱਪਰ ਰੱਖਣਗੇ, ਗੁਰਬਾਣੀ ਨੂੰ ਸਤਿਕਾਰ ਦੇਣਗੇ, ਭਾਵ ਹਰੇਕ ਪੱਖ ਤੋਂ ਗੁਰਬਾਣੀ ਦਾ ਸਤਿਕਾਰ ਕਰਨਗੇ। ਔਰ ਸਤਿਗੁਰੂ ਜੀ ਦੇ ਬਚਨ ਵੀ ਆਪਾਂ ਪੜਾਂਗੇ ਕਿ ਸਤਿਗੁਰੂ ਜੀ ਕਹਿੰਦੇ ਕਿ ਬਾਣੀ ਦਾ ਅਦਬ ਜ਼ਰੂਰੀ ਹੈ। ਜਿਨ ਭੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਾਹੀ ਹਮਾਰਾ। ਭਾਵ ਜਿਨ੍ਹਾਂ ਨੇ ਬਾਣੀ ਦਾ ਅਦਬ ਭੈ ਨਹੀਂ ਧਾਰਿਆ, ਫਿਰ ਉਹ ਸਾਡਾ ਸਿੱਖ ਨਹੀਂ ਹੋ ਸਕਦਾ। ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਅੰਮ੍ਰਿਤ ਵੇਲਾ ਹੋਇਆ, ਅਗਲਾ ਦਿਨ ਹੋਇਆ, ਬਾਬਾ ਬੁੱਢਾ ਸਾਹਿਬ ਜੀ ਆਏ, ਜਿੱਥੇ ਸਿੱਖ ਸੰਗਤਾਂ ਆਈਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਸਰੂਪ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਪਰ ਚੁਕਵਾਇਆ। ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸੀਸ ਦੇ ਉੱਪਰ ਚੁੱਕੇ ਤੇ ਤੁਰ ਲੱਗੇ ਤੇ ਸਤਿਗੁਰੂ ਜੀ ਆਪ ਚੌਰ ਲੈ ਕੇ ਪਿੱਛੇ ਹੋ ਗਏ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਤੁਸੀਂ ਅੱਗੇ ਚੱਲੋ, ਤੇ ਸਤਿਗੁਰੂ ਜੀ ਕਹਿੰਦੇ ਕਿ ਨਹੀਂ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਅੱਗੇ ਜਾਣਾ ਹੈ, ਕਿਉਂਕਿ ਗੁਰਬਾਣੀ ਦਾ ਸਤਿਕਾਰ ਪਹਿਲਾਂ ਹੈ, ਗੁਰਬਾਣੀ ਮੁੱਖ ਹੈ। ਵੇਖੋ ਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਸਤਿਕਾਰ ਕਿਵੇਂ ਕਰਕੇ ਸਾਨੂੰ ਦੱਸਿਆ। ਔਰ ਬਾਬਾ ਬੁੱਢਾ ਸਾਹਿਬ ਜੀ ਨੇ ਸੀਸ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਲਏ ਔਰ ਅੱਗੇ ਅੱਗੇ ਜਾ ਰਹੇ ਨੇ। ਕੈਸਾ ਦ੍ਰਿਸ਼ ਹੋਵੇਗਾ। ਔਰ ਪਿੱਛੇ ਪਿੱਛੇ ਆਪ ਚੌਰ ਕਰਦੇ ਜਾ ਰਹੇ ਨੇ, ਸਿੱਖ ਸੰਗਤਾਂ ਜਾ ਰਹੀਆਂ ਨੇ ਵਾਹਿਗੁਰੂ ਦਾ ਜਾਪ ਕਰਦੀਆਂ। ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਟਿਕਾਏ ਔਰ 4 ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਲੈ ਕੇ ਅਰਦਾਸ ਬੇਨਤੀ ਅਰਜ਼ੋਈ ਕੀਤੀ। ਔਰ ਜਿੱਥੇ ਕੜਾਹ ਪ੍ਰਸ਼ਾਦੀ ਦੇਗ ਬਣੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਬੁੱਢਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਕਰੋ। ਔਰ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਖੋਲੋ ਗ੍ਰੰਥ, ਲਿਓ ਆਵਾਜ਼ਾ, ਸੁਣੇ ਸਭ ਪੰਥ, ਭਾਵ ਮੁਖ ਵਾਕ ਲਓ, ਕਿ ਇਹ ਸਾਰਾ ਪੰਥ ਸੁਣੇ ਜੋ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਮੁਖ ਵਾਕ ਦਿੰਦੇ ਨੇ, ਸਾਨੂੰ ਜਿਹੜੇ ਰਸਤੇ ਤੇ ਤੋਰਦੇ ਨੇ ਉਹ ਸੁਣਾਉਣਾ ਕਰੋ। ਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜੋ ਪਹਿਲਾ ਮੁਖ ਵਾਕ ਆਇਆ ਕਿ ਸੂਹੀ ਮਹੱਲਾ 5ਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਸੂਰੇ, ਪੂਰਨ ਪੁਰਖ ਅਚੁੱਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਦ ਰਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਇਹ ਜੋ ਮੁੱਖ ਵਾਕ ਹੈ,
ਇਹ ਏਕ ਓਂਕਾਰ ਜੀ ਨੇ ਸਰਵਣ ਕੀਤਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ। ਸੂਹੀ ਰਾਗ ਦੇ ਵਿੱਚ ਇਹ ਜੋ ਬਚਨ, ਇਹ ਜੋ ਪਾਵਨ ਪਵਿੱਤਰ ਮੁਖ ਵਾਕ ਆਇਆ, ਭਾਵ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਵਿੱਚ 783 ਅੰਗ ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਇਸ ਤਰ੍ਹਾਂ ਪਹਿਲਾ ਮੁਖ ਵਾਕ ਆਇਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਕਿਹਾ ਕਿ ਭਾਈ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਹੈ। ਇਸ ਤੋਂ ਉਪਰੰਤ ਆਪਾਂ ਗੱਲ ਕਰ ਰਹੇ ਸਾਂ ਪ੍ਰਕਾਸ਼ ਦੀ, ਕਿ ਪਹਿਲਾ ਪ੍ਰਕਾਸ਼। ਔਰ ਜੇ ਪਹਿਲਾ ਪ੍ਰਕਾਸ਼ ਦਾ ਜੋ ਸ਼ਬਦ ਹੈ, ਇਸ ਦਾ ਭਾਵ ਹੈ ਕਿ ਫਿਰ ਦੂਜਾ ਵੀ ਹੈ। ਦੂਜਾ ਵੀ ਕਿਉਂ ਹੈ? ਪਹਿਲਾ ਪ੍ਰਕਾਸ਼ ਕਿਉਂਕਿ ਸਭ ਤੋਂ ਪਹਿਲਾਂ ਪ੍ਰਕਾਸ਼ 1604 ਦੇ ਵਿੱਚ ਹੋਇਆ। ਉਪਰੰਤ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜੋ ਨੰਦੇੜ ਸਾਹਿਬ ਦੀ ਧਰਤੀ ਦੇ ਉੱਪਰ, ਭਾਵ ਜਦੋਂ ਸੰਪੂਰਨਤਾ ਹੋਈ, ਪਹਿਲਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ 974 ਅੰਗ ਸਨ ਤੇ 30 ਰਾਗ ਸਨ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦਸਵੇਂ ਗੁਰਦੇਵ ਨੇ ਕਿਰਪਾ ਕੀਤੀ, 9ਵੇਂ ਪਾਤਸ਼ਾਹ ਦੀ ਗੁਰਬਾਣੀ ਪਾ ਕੇ ਜਿੱਥੇ 1430 ਅੰਗ ਪਾ ਕੇ ਸੰਪੂਰਨਤਾ ਕੀਤੀ, ਉੱਥੇ 31 ਰਾਗ ਕੀਤੇ। ਅਖੀਰਲਾ ਰਾਗ ਹੈ ਜੋ ਜੈਜਾਵੰਤੀ ਰਾਗ, ਉਹ ਵੀ ਵਿੱਚ ਸਤਿਗੁਰੂ ਜੀ ਨੇ ਮਿਲਾਉਣਾ ਕੀਤਾ ਔਰ ਸੰਪੂਰਨਤਾ ਕੀਤੀ। ਔਰ ਇਹ ਜੋ ਬੀੜ ਹੈ, ਆਪਾਂ ਜਦੋਂ ਪੜ੍ਹਾਂਗੇ ਸੁਣਾਂਗੇ ਕਿ ਦਮਦਮੀ ਬੀੜ ਦੇ ਨਾਲ ਮਿਲਾ ਕੇ ਲਿਖੀ ਗਈ। ਆਪਾਂ ਅੱਜ ਦਰਸ਼ਨ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ। ਔਰ ਅਸੀਂ ਜਿੱਥੇ ਦਰਸ਼ਨ ਕਰਦੇ ਹਾਂ, ਭਾਈ ਗੁਰਬਾਣੀ ਪੜ੍ਹਨੀ, ਗੁਰਬਾਣੀ ਸੁਣਨੀ ਬਹੁਤ ਜ਼ਰੂਰੀ ਹੈ। ਜੇ ਅਸੀਂ ਅੱਜ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਇਸ ਦਾ ਮਤਲਬ ਇਹ ਹੈ ਕਿ ਸਾਡੇ ਅੰਦਰ, ਸਾਡੇ ਹਿਰਦੇ ਦੇ ਘਰ ਦੇ ਵਿੱਚ ਵੀ ਭਾਈ ਪ੍ਰਕਾਸ਼ ਹੋਣਾ ਜ਼ਰੂਰੀ ਹੈ। ਅਸੀਂ ਗੁਰਬਾਣੀ ਦੇ ਉੱਪਰ ਚੱਲ ਸਕੀਏ, ਜੋ ਸਤਿਗੁਰੂ ਜੀ ਦਾ ਸਿਧਾਂਤ ਹੈ, ਉਸ ਸਿਧਾਂਤ ਦੇ ਉੱਪਰ ਚੱਲ ਸਕੀਏ, ਤਾਂ ਹੀ ਫਿਰ ਸਾਡੇ ਜੋ ਇਹ ਗੁਰਪੁਰਬ ਮਨਾਏ ਨੇ ਉਹ ਸਫਲੇ ਹੋ ਸਕਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਵਿਚਾਰਾਂ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਦੀਨ ਦਿਆਲ ਕਿਰਪਾਲੂ ਸਤਿਗੁਰੂ ਦੀਨ ਦੁਨੀਆ ਦੇ ਮਾਲਕ, ਕਲਯੁਗ ਕੇ ਜਹਾਜ਼ ਨਾਮ ਬਾਣੀ ਕੇ ਬੋਹਿਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਆਪ ਜੀ ਬਖਸ਼ ਲੈਣਾ ਜੀਓ। ਸਾਰੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।